ਔਰ ਕਿਉਂਕਿ ਆਉਣ ਵਾਲਾ ਸੀਜ਼ਨ ਜਿਹੜਾ ਆ ਇਸ ਵੇਲੇ ਉਹ ਆਪਣਾ ਹੌਲੀਡੇ ਸੀਜ਼ਨ ਸ਼ੁਰੂ ਹੋਣ ਵਾਲਾ ਆ। ਸੋ ਉਹ ਜਿਹੜੀਆਂ ਆਪਣੀਆਂ ਪ੍ਰੋਬਲਮਸ ਹੈਗੀਆਂ, ਜਿਹੜੀਆਂ ਕਪੈਸਿਟੀ ਕਰੰਚ ਹੈਗਾ ਆ ਆਪਣੇ ਦਾ, ਉਹ ਸ਼ੁਰੂ ਹੋਣ ਵਾਲਾ। ਸੋ ਉਹਦੇ ਕਰਕੇ ਜਿਹੜਾ ਡਰਾਈ ਫਰੇਟ ਹੈਗਾ ਉਹਦੇ ਵਿੱਚ ਕਾਫੀ ਜਿਹੜਾ ਜਿਹੜਾ ਫਰਕ ਹੈਗਾ। ਬਟ ਜਿਹੜਾ ਰੀਫਰ ਫਰੇਟ ਹੈਗਾ ਉਹ ਐਜ਼ ਯੂਜੂਅਲ ਹੈਗਾ, ਕਿਉਂਕਿ ਹੁਣ ਸਲੋ ਡਾਊਨ ਜਿਹਾ ਹੋਣਾ ਸ਼ੁਰੂ ਹੋ ਗਿਆ। ਸੋ ਇਸ ਕਰਕੇ ਜਿਹੜਾ ਆ ਰੀਫਰ ਫਰੇਟ ਦੇ ਵਿੱਚ ਥੋੜ੍ਹਾ ਜਿਹਾ ਫਰਕ ਹੈਗਾ। ਬਟ ਡੈਫੀਨੇਟਲੀ ਜਿਹੜੀ ਟਰੱਕਿੰਗ ਹੈਗੀ ਆ ਇਸ ਵੇਲੇ ਸਟਰੋਂਗ ਜਾ ਰਹੀ ਹੈਗੀ ਆ। ਜੇ ਤਾਂ ਤੁਸੀਂ ਮਤਲਬ ਕਿ ਵਧੀਆ ਫਰੇਟ ਦੀ ਜਿਹੜੀ ਆ ਭਾਲ ਕਰਦੇ ਆ, ਵਧੀਆ ਫਰੇਟ ਕਰਦੇ ਆ, ਡੈਫੀਨੇਟਲੀ ਤੁਸੀਂ ਸਟਰੋਂਗ ਹੈਗੇ ਆ। ਬਟ ਜੇ ਤੁਸੀਂ ਜਿਹੜਾ ਵੀ ਤੁਸੀਂ ਲੋਡ ਪੋਰਟ 'ਤੇ ਜ਼ਿਆਦਾ ਡਿਪੈਂਡ ਕਰਦੇ ਹੈਗੇ ਆ, ਉੱਥੇ ਫਿਰ ਤੁਹਾਨੂੰ ਥੋੜ੍ਹੀ ਜਿਹੀ ਇਸ਼ੂ ਆਉਂਦਾ ਹੈਗਾ ਜਦੋਂ ਸਪਾਟ ਮਾਰਕੀਟ ਉੱਪਰ ਚਲੇ ਜਾਂਦੀ ਆ। ਜੀ ਜੀ ਬਿਲਕੁਲ। ਅਤੇ ਨਾਲ ਹੀ ਆਪਾਂ ਜਿੰਨੇ ਵੀ ਟਰੱਕਰਸ ਜਿਹੜੇ ਉਹ ਸੁਣ ਰਹੇ ਨੇ, ਅਤੇ ਆਪਾਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਜੇ ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 4082725200 408 272 ਦੇ ਉੱਤੇ। ਨਾਲ ਹੀ ਟਰੱਕਰਸ ਕਾਫੀ ਸਾਨੂੰ ਕਾਲ ਕਰਕੇ ਪੁੱਛਦੇ ਰਹਿੰਦੇ ਆ ਵੀ ਡਾਇਲ ਕਰਕੇ ਕਿਹੜਾ ਨੰਬਰ ਜਿਹੜਾ ਸੁਣ ਸਕਦੇ ਆ, ਕਿੱਥੇ ਕਿੱਥੇ ਦੁਬਾਰਾ ਸੁਣਿਆ ਜਾ ਸਕਦਾ ਆ। ਸੋ ਉਹਦੇ ਲਈ ਬੈਸਟ ਇਹ ਆ ਵੀ ਪੰਜਾਬੀ ਰੇਡੀਓ USA ਦੀ ਐਪ ਨੂੰ ਡਾਊਨਲੋਡ ਕਰੋ। ਉਸ ਦੇ ਵਿੱਚ ਪੁਰਾਣੇ ਜਿਹੜੇ ਪ੍ਰੋਗਰਾਮ ਆ ਉਹਨਾਂ ਨੂੰ ਪੋਡਕਾਸਟ ਦੇ ਵਿੱਚ ਵੀ ਤੁਸੀਂ ਜਿਹੜਾ ਸੁਣ ਸਕਦੇ ਹੋ, ਅਤੇ ਡਾਇਲ ਕਰਕੇ ਸੁਣਨ ਵਾਲਾ ਨੰਬਰ ਵੀ ਜਿਹੜਾ ਉਸ ਐਪ ਦੇ ਵਿੱਚ ਉਹ ਆ ਜਾਂਦਾ ਆ, ਅਤੇ ਉਸ ਦੇ ਨਾਲ ਕਾਫੀ ਤੁਹਾਨੂੰ ਆਸਾਨੀ ਰਹਿੰਦੀ ਆ ਉਸ ਨੂੰ ਦੁਬਾਰਾ ਜਿਹੜਾ ਉਹ ਸੁਣਨ ਦੇ ਲਈ। ਬਾਕੀ ਫੇਸਬੁੱਕ ਦੇ ਉੱਤੇ ਵੀ ਇਸ ਟਾਈਮ ਪੰਜਾਬੀ ਰੇਡੀਓ USA ਦਾ ਪ੍ਰੋਗਰਾਮ ਜਿਹੜਾ ਆ ਉਹ ਨਾਲ ਦੇ ਨਾਲ ਲਾਈਵ ਚੱਲ ਰਿਹਾ ਹੈਗਾ ਆ। ਸੋ ਰਮਨ ਜੀ, ਜਿੱਦਾਂ ਤੁਸੀਂ ਕਿਹਾ ਵੀ ਸਪੋਟ ਮਾਰਕੀਟ ਜਿਹੜੀ ਉਹ ਤਬਦੀਲੀ ਜਿਹੜੀ ਉਹ ਆਉਂਦੀ ਜਾਂਦੀ ਹੈਗੀ ਆ। ਸੋ ਇਕਨੋਮਿਕ ਸਲੋ ਡਾਊਨ ਦੀਆਂ ਸੰਭਾਵਨਾਵਾਂ ਜਿਹੜੀਆਂ ਉਹ ਵੱਧ ਰਹੀਆਂ ਹੈਗੀਆਂ ਆ, ਇਸ ਨੂੰ ਦੇਖਦੇ ਹੋਏ ਜਿਹੜੇ ਕਹਿ ਸਕਦੇ ਹਾਂ ਵੀ ਛੋਟੀਆਂ ਕੰਪਨੀਆਂ ਨੇ ਜਾਂ ਵੱਡੀਆਂ ਕੰਪਨੀਆਂ ਨੇ, ਉਹਨਾਂ ਨੂੰ ਕਿਹੜੇ ਨੁਕਤਿਆਂ ਦਾ ਖਾਸ ਧਿਆਨ ਰੱਖਣਾ ਜਿਹੜਾ ਉਹ ਚਾਹੀਦਾ ਆ ਵੀ ਜੇ ਇਕਨੋਮਿਕ ਸਲੋ ਡਾਊਨ ਹੁੰਦਾ ਆ ਵੀ ਤੁਸੀਂ ਆਪਣੇ ਬਿਜ਼ਨਸ ਨੂੰ ਫਲੋਟ ਕਿੱਦਾਂ ਰੱਖਣਾ ਆ, ਚੱਲਦੇ ਕਿੱਦਾਂ ਰੱਖਣਾ ਆ ਵੀ ਭਾਰ ਆਪਣੇ 'ਤੇ ਉਹ ਘੱਟ ਪਵੇ, ਉਸ ਦੇ ਲਈ ਕੀ ਤੁਸੀਂ ਉਹਨਾਂ ਨੂੰ ਸਲਾਹ ਦੇਣਾ ਚਾਹੁੰਦੇ ਹੋ? ਦੇਖੋ, ਇਹੋ ਚੀਜ਼ ਰਾਜਕਰਨ ਆਪਾਂ ਥੋੜ੍ਹੀ ਦੇਰ ਪਹਿਲਾਂ ਵੀ ਗੱਲ ਕੀਤੀ ਸੀਗੀ, 2 ਮਹੀਨੇ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਜਿਹੜਾ ਇੱਕ ਉਛਾਲ ਆਇਆ ਹੈਗਾ ਮਾਰਕੀਟ ਦੇ ਵਿੱਚ, ਉਹਨੂੰ ਦੇਖਦੇ ਹੋਏ ਜਿਹੜਾ ਕਮਿਊਨਿਟੀ ਦੇ ਵਿੱਚ ਕਹਿ ਲਓ, ਆਪਣੀ ਖਾਸ ਕਰਕੇ ਆਪਣੀ ਕਮਿਊਨਿਟੀ ਦੇ ਵਿੱਚ ਇੱਕ ਦੌੜ ਲੱਗ ਗਈ ਸੀਗੀ ਕਿ ਟਰੱਕ ਲੈ ਲਓ ਫਟਾਫਟ, ਟ੍ਰੇਲਰ ਲੈ ਲਓ ਫਟਾਫਟ। ਫਿਰ ਹਾਲਾਤ ਉਹ ਪੈਦਾ ਕਰਤੇ ਸੀਗੇ ਪਹਿਲੇ ਵਾਲੇ 18-19 ਵਾਲੇ ਕਿ ਟਰੱਕ ਨਹੀਂ ਮਿਲ ਰਿਹਾ, ਟ੍ਰੇਲਰ ਨਹੀਂ ਮਿਲ ਰਿਹਾ। ਇੰਨੀ ਜਦੋਜਹਿਦ ਹੋਣ ਲੱਗ ਗਈ ਸੀਗੀ ਕਿ ਮਤਲਬ ਕਿ ਤੁਸੀਂ ਬਿਲੀਵ ਨਹੀਂ ਕਰ ਸਕਦੇ ਕਿ ਕਿੰਨਾ ਇਹ ਇੱਕਦਮ ਵਿਦਨ ਕਪਲ ਆਫ ਮੰਥਸ ਜਿਹੜਾ ਸੀਗਾ ਇਹਨੂੰ ਇੱਦਾਂ ਕਰ ਦਿੱਤਾ ਗਿਆ। ਸੋ ਜਦੋਂ ਵੀ ਤੁਹਾਨੂੰ ਲੱਗੇ ਕਿ ਇਹ ਸਲੋ ਡਾਊਨ ਦਾ, ਜਾਂ ਆਪਾਂ ਨੂੰ ਹੁਣ ਲੱਗਦਾ ਹੀ ਆ ਕਿਉਂਕਿ ਜਿਹੜਾ ਸੀਜ਼ਨ ਹੈਗਾ ਔਰ ਖਾਸ ਕਰਕੇ ਵੋਟਾਂ ਦਾ ਸੀਜ਼ਨ ਹੈਗਾ, ਸੋ ਵੋਟਾਂ ਪੈਣ ਤੋਂ ਬਾਅਦ ਬਹੁਤ ਫਰਕ ਪੈਣ ਦੀ ਆਸ ਹੈਗੀ ਆ। ਪਰ ਜੇ ਆਪਾਂ ਗੱਲ ਕਰੀਏ ਵੀ ਇਹ ਇਕਨੋਮਿਕ ਸਲੋ ਡਾਊਨ ਦੇ ਵਿੱਚ ਕੀ ਕਰਨਾ ਚਾਹੀਦਾ, ਡੈਫੀਨੇਟਲੀ ਤੁਸੀਂ ਆਪਣੇ ਜਿਹੜੇ ਖਰਚੇ ਹੈਗੇ ਉਹਨਾਂ 'ਤੇ ਧਿਆਨ ਦਿਓ। ਡੈਫੀਨੇਟਲੀ ਤੁਸੀਂ ਜੇ ਤੁਸੀਂ ਇਸ ਚੀਜ਼ ਨੂੰ ਧਿਆਨ 'ਚ ਰੱਖੋ ਕਿ ਤੁਹਾਡੇ ਜਿਹੜੇ ਐਕਸਪੈਂਸਿਸ ਹੈਗੇ ਉਹਨਾਂ ਨੂੰ ਕਿੱਦਾਂ ਲੋ ਕਰਨਾ। ਰਾਜਕਰਨ, ਸਾਰਿਆਂ ਨਾਲੋਂ ਵੱਡੀ ਚੀਜ਼ ਹੁੰਦੀ ਆ ਜਦੋਂ ਕੋਈ ਵੀ ਇੱਕ ਕੰਪਨੀ ਹੈ, ਉਹ ਕੋਈ ਚਾਹੇ ਟਰੱਕਿੰਗ ਹੈ ਚਾਹੇ ਕੋਈ ਵੀ ਆ ਕੰਪਨੀ, ਜੇ ਆਪਣੇ ਆਪ ਨੂੰ ਆਪਣੇ ਕੰਮ ਨੂੰ, ਆਪਣੇ ਬਿਜ਼ਨਸ ਨੂੰ ਜੇ ਉਹ ਥੋੜ੍ਹਾ ਜਿਹਾ ਥੱਲੇ ਲਿਆਉਣ ਦੀ क्षमता ਰੱਖਦੀ ਆ। ਸਾਡੀ ਪ੍ਰੋਬਲਮ ਇਹ ਆ ਕਿ ਅਸੀਂ ਬਿਜ਼ਨਸ ਨੂੰ ਉੱਪਰ ਨੂੰ ਲਿਜਾਣ 'ਚ ਤਾਂ ਵਿਸ਼ਵਾਸ ਰੱਖਦੇ ਹਾਂ, ਪਰ ਜਦੋਂ ਥੋੜ੍ਹਾ ਜਿਹਾ ਸਲੋ ਡਾਊਨ ਆਉਂਦਾ ਬਿਜ਼ਨਸ ਨੂੰ ਸ਼ਰਿੰਕ ਕਰਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ। ਅਸੀਂ ਇਹ ਸੋਚਦੇ ਹਾਂ ਕਿ ਜਾਂ ਤਾਂ ਸਾਰਾ ਹੀ ਚੱਲੂਗਾ ਜਾਂ ਕੁਛ ਵੀ ਨਹੀਂ ਚੱਲੂਗਾ। ਸੋ ਉਹ ਜਿਹੜੀ ਸਿਚੁਏਸ਼ਨ ਆ ਉਹ ਨਹੀਂ ਹੋਣੀ ਚਾਹੀਦੀ। ਤੁਹਾਨੂੰ ਹਮੇਸ਼ਾ ਜਿਹੜਾ ਆ ਕੱਟ ਡਾਊਨ ਕਰਨ ਦੀ ਆਦਤ ਹੋਣੀ ਚਾਹੀਦੀ ਹੈ ਬਿਜ਼ਨਸਮੈਨ ਨੂੰ। ਸੋ ਜੇ ਬਿਜ਼ਨਸ ਵਧੀਆ ਚੱਲ ਰਿਹਾ, ਡੈਫੀਨੇਟਲੀ ਐਕਸਪੈਂਡ ਕਰੋ, ਪਰ ਜੇ ਸਲੋ ਡਾਊਨ ਆ ਰਿਹਾ, ਜੇ ਇੱਦਾਂ ਦੀ ਕੋਈ ਚੀਜ਼ ਆ ਰਹੀ ਆ, ਕੱਟ ਡਾਊਨ ਕਰਨਾ ਵੀ ਆਉਣਾ ਚਾਹੀਦਾ। ਉਹਨੂੰ ਤੁਸੀਂ ਸ਼ੇਵ ਆਫ ਕਿੱਦਾਂ ਕਰਨਾ ਆ, ਬਿਜ਼ਨਸ ਨੂੰ ਕਿੱਦਾਂ ਤੁਸੀਂ ਆਪਣੇ ਖਰਚੇ ਘਟਾਉਣੇ ਆ। ਸੋ ਇਹ ਚੀਜ਼ਾਂ ਬਹੁਤ ਜਿਹੜੀਆਂ ਇੰਪੋਰਟੈਂਟ ਹੈਗੀਆਂ ਜਦੋਂ ਇੱਦਾਂ ਦਾ ਕੋਈ ਮੌਸਮ ਆਉਂਦਾ, ਇੱਦਾਂ ਦਾ ਚੀਜ਼ਾਂ ਹੁੰਦੀਆਂ। ਸੋ ਮੈਜੋਰਟੀ ਟਾਈਮ 'ਤੇ ਜਿਹੜੀ ਪ੍ਰੋਬਲਮ ਆਉਂਦੀ ਆ ਉਹ ਇਹੋ ਹੀ ਹੁੰਦੀ ਆ ਕਿ ਅਸੀਂ ਵਧਾਉਣਾ ਕੰਮ ਜਾਣਦੇ ਹਾਂ, ਲੇਕਿਨ ਮੌਕਾ ਪੈਣ 'ਤੇ ਘਟਾਉਣਾ ਨਹੀਂ ਜਾਣਦੇ। ਜੀ ਜੀ ਬਿਲਕੁਲ, ਇਹ ਬਹੁਤ ਅਹਿਮ ਜਿਹੜੀ ਉਹ ਚੀਜ਼ ਹੈਗੀ ਆ। ਆਪਣੇ ਨਾਲ ਕਾਲਰਸ ਵੀ ਜੁੜ ਰਹੇ, ਆਪਾਂ ਵਾਰੀ ਸਿਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜੁੜੇ ਹੋਏ ਨੇ ਜੀ ਆਪਣੇ ਨਾਲ ਇਸ ਟਾਈਮ ਓਂਕਾਰ ਜੀ। ਸਤਿ ਸ਼੍ਰੀ ਅਕਾਲ ਜੀ ਓਂਕਾਰ ਸਿੰਘ ਜੀ। ਹਾਂਜੀ ਭਾਈ, ਰਮਨ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਈ। ਮੈਂ ਨਾ ਇੱਕ ਸਵਾਲ ਪੁੱਛਣਾ ਸੀਗਾ। ਮੈਂ ਕਿਹਾ ਵੀ
ਮੈਨੂੰ ਵੀ ਉਹਦਾ ਕਾਫੀ ਦੇਰ ਹੋ ਗਈ ਹੈ ਜੀ, ਟਰੈਕਟਰ ਦੇ ਟਰੈਕਿੰਗ ਦੇ ਵਿੱਚ ਡਿਸਪੈਚ ਵੀ ਕਰਦੇ ਰਹੇ ਆ ਪਹਿਲਾਂ ਤਾਂ ਚਲਾਉਂਦੇ ਹੋਏ ਆ। ਭਾਜੀ ਮੈਂ ਪੁੱਛਣਾ ਜਦੋਂ ਵੀ ਕੈਲੀਫੋਰਨੀਆ ਜਿਹੜੀ ਸਟੇਟ ਆ ਇਹਦੇ ਵਿੱਚ ਸਪੀਡ ਜਿਹੜੀ ਆ 55 ਦੀ ਬਹੁਤ ਜਦ ਤੋਂ ਅਸੀਂ ਦੇਖਣ ਲੱਗੇ ਹਾਂ ਜੀ, ਚਲਾਉਣ ਲੱਗੇ ਹਾਂ ਤਾਂ 20 ਸਾਲ ਤੋਂ ਹੀ ਆਲਮੋਸਟ। ਜਦ ਕਿ ਹੁਣ ਅਮਰੀਕਾ ਦੇ ਵਿੱਚ ਕੋਈ ਸਟੇਟ ਹੋਏਗੀ ਮੈਨੂੰ ਲੱਗਦਾ ਜਿੱਥੇ 55 ਦੀ ਸਪੀਡ ਹੋਏਗੀ। ਤੁਸੀਂ ਹਿਸਾਬ ਲਾ ਲਓ ਬਈ, ਉੱਧਰੋਂ ਲੈ ਲਓ ਬਲਾਇਸ ਤੋਂ ਲੈ ਲਓ ਜਾਂ ਔਰੀਗਨ ਦੇ ਬਾਰਡਰ ਤੱਕ ਲੈ ਲਓ, ਕਿੰਨਾ ਵੱਡਾ ਏਰੀਆ ਪੈ ਜਾਂਦਾ। ਜਾਂ ਮਤਲਬ ਬਾਸਟੋ ਤੋਂ ਲੈ ਲਓ, I-5 ਤੇ ਲੈ ਲਓ, ਇੰਨੀ ਟ੍ਰੈਫਿਕ ਵੀ ਹੈ ਨਹੀਂ ਗੀ। ਜਿੱਦਾਂ ਓਹਾਇਓ ਲੈ ਲਓ ਤਾਂ ਪਹਿਲਾਂ ਇਲਾਨੋਇਸ ਦੇ ਵਿੱਚ 55 ਹੁੰਦੀ ਸੀ, ਉਹ ਨਾਲੇ ਉਹ ਬਿਗ ਟ੍ਰੈਫਿਕ ਸਟੇਟ ਹੈਗੇ ਜੀ, ਉਹਨਾਂ ਨੇ ਵੀ ਸਪੀਡ ਵਧਾ ਦਿੱਤੀ ਹੈਗੀ ਆ। ਵੀ ਕਦੀ ਕੋਈ ਇਸ ਗੱਲ ਤੇ ਕੋਈ ਮੁੱਦਾ ਉਠਾਉਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ, ਜਾਂ ਕਿ ਤੁਹਾਡੇ ਇਹ ਸਿਸਟਮ 'ਚ ਨਹੀਂ ਆਉਂਦਾ ਵੀ ਕਿਤੇ ਕੋਈ ਸਪੀਡ ਬਾਰੇ ਗੱਲ ਕੀਤੀ ਜਾਵੇ ਕੈਲੀਫੋਰਨੀਆ ਦੇ ਵਿੱਚ? ਦੇਖੋ ਜੀ, ਇਸ ਬਾਰੇ 'ਚ ਕਾਫੀ ਵਾਰੀ ਇਹ ਡਿਸਕਸ਼ਨ ਵੀ ਹੋ ਚੁੱਕੀ ਹੈ, ਗੱਲ ਵੀ ਹੋ ਚੁੱਕੀ ਹੈ। ਮੇਰੀ ਸਨੀ ਗਰੇਵਾਲ ਨਾਲ ਪਿਛਲੇ ਵੀਕ ਵੀ ਅਸੀਂ ਗੱਲ ਕਰਦੇ ਸੀਗੇ ਇਸ ਮੁੱਦੇ ਦੇ ਉੱਤੇ ਕਿ ਇਹ ਮੁੱਦਾ ਜਿਹੜਾ ਆ ਇਹ ਲਿਆਉਣਾ ਚਾਹੀਦਾ ਸੀਗਾ, ਲਿਆਉਣਾ ਚੰਗੀ ਗੱਲ ਹੈ, ਇਸ ਮੁੱਦੇ ਨੂੰ ਚੁੱਕਣਾ ਚਾਹੀਦਾ। ਕਾਫੀ ਵਾਰੀ ਟਰਾਈ ਹੋ ਚੁੱਕੀ ਹੈ ਇਹਦੇ ਉੱਤੇ, ਇਹ ਨਹੀਂ ਕਿ ਟਰਾਈ ਨਹੀਂ ਹੋਈ, ਕਾਫੀ ਵਾਰੀ ਟਰਾਈ ਹੋ ਚੁੱਕੀ ਹੈ। ਲੇਕਿਨ ਇਸ ਨੂੰ ਕਿਸੇ ਨਾ ਕਿਸੇ ਢੰਗ ਨਾਲ, ਕਿਸੇ ਨਾ ਕਿਸੇ ਤਰੀਕੇ ਨਾਲ ਸੇਫਟੀ ਇਸ਼ੂ ਦੇ ਉੱਤੇ ਲਿਆਣ ਕੇ ਇਹ ਸਟੇਟ ਦੇ ਵਿੱਚ, ਹੁਣ ਤੁਸੀਂ ਦੇਖੋ ਸਟੇਟ ਬਾਕੀ ਸਾਰੀਆਂ ਸਟੇਟਸ ਦੇ ਵਿੱਚ ਜਿਹੜਾ ਤੁਹਾਡਾ ਐਕਸਲ ਹੈਗਾ ਆ, ਉਹ ਤੁਸੀਂ ਪਿਛਲਾ ਐਕਸਲ ਆ ਉਹ ਤੁਸੀਂ ਕਿਤੇ ਵੀ ਆਪਣੇ ਵੇਟ ਦੇ ਹਿਸਾਬ ਨਾਲ ਸੈੱਟ ਕਰ ਸਕਦੇ। ਇੱਕ ਸਿਰਫ ਕੈਲੀਫੋਰਨੀਆ ਹੈਗਾ ਜਿੱਥੇ ਤੁਹਾਨੂੰ 40 ਫੁੱਟ 'ਤੇ ਜਾਂ ਤੁਹਾਨੂੰ ਇੱਕ ਸਰਟਨ ਲੈਂਥ 'ਤੇ ਤੁਹਾਨੂੰ ਟਰੱਕ ਚਲਾਉਣਾ ਪੈਂਦਾ ਆ, ਕਿਉਂਕਿ ਜਿਹੜੀਆਂ ਸਰਟਨ ਲੋਕੇਸ਼ਨਸ ਹੈਗੀਆਂ, ਸਰਟਨ ਏਰੀਆਜ਼ ਹੈਗੇ, ਉਹਨਾਂ ਦੇ ਵਿੱਚ ਉਹ ਟਰੱਕ ਜਿਹੜਾ ਆ ਜੇ ਪਿੱਛੇ ਐਕਸਲ ਹੁੰਦਾ ਉਹ ਨਹੀਂ ਮੁੜਦਾ ਜਾਂ ਨਹੀਂ ਕਰਦਾ। ਸੋ ਉਹ ਇੱਦਾਂ ਹੁੰਦਾ ਕਿ ਇਹਨੂੰ ਕਾਫੀ ਜਿਹੜੀ ਗੱਲ ਹੈਗੀ ਟਰਾਈ ਤਾਂ ਬਹੁਤ ਹੋਈ ਹੈ ਇਹਦੀ, ਅੱਗੇ ਨਹੀਂ ਮੈਂ ਕਹਿੰਦਾ ਵੀ ਟਰਾਈ ਨਹੀਂ ਹੋਈ, ਕਾਫੀ ਵਾਰੀ ਰੌਲਾ ਵੀ ਬਹੁਤ ਪਿਆ ਆ, ਪਰ ਸ਼ਾਇਦ ਹੋ ਸਕਦਾ ਕਿ ਇੱਕ ਢੰਗ ਤਰੀਕੇ ਦੇ ਨਾਲ ਇਹਦਾ ਪੈਰਵਾਈ ਨਹੀਂ ਹੋਈ ਅਜੇ ਤੱਕ। ਸੋ ਇਸ ਕਰਕੇ ਜਿਹੜਾ ਆ ਅਜੇ ਤੱਕ ਉੱਥੇ ਦੀ ਉੱਥੇ ਸਿਚੁਏਸ਼ਨ ਖੜੀ ਆ। ਸੋ ਇਕੱਠੇ ਹੋਣ ਦੀ ਲੋੜ ਆ, ਇਕੱਠੇ ਹੋ ਕੇ ਗੱਲ ਕਰਨ ਦੀ ਲੋੜ ਆ। ਸੋ ਡੈਫੀਨੇਟਲੀ ਤੁਹਾਡਾ ਸਵਾਲ ਸਹੀ ਆ, ਪਰ ਇਹਦੇ ਉੱਤੇ ਕੰਮ ਹੋਇਆ ਵੀ ਆ ਪਰ ਪੂਰਾ ਨਹੀਂ ਹੋ ਸਕਿਆ ਅਜੇ ਤੱਕ। ਜੀ ਥੈਂਕ ਯੂ ਜੀ ਕਾਲ ਦੇ ਲਈ। ਅਤੇ ਅਗਲੇ ਜਿਹੜੇ ਕਾਲਰ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਜਾਈਏ ਤਾਂ ਜੁੜੇ ਨੇ ਆਪਣੇ ਨਾਲ ਗੁਰਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਜੀ। ਹਾਂਜੀ ਹਾਂਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਮੇਰਾ ਕੁਐਸਚਨ ਇਹ ਆ ਵੀ ਕਈ ਆਪਣੇ ਵੀਰ ਵੀ ਸਕੇਲ ਖੁੱਲੀ ਹੁੰਦੀ ਆ, ਜਾਣ ਬੁੱਝ ਕੇ ਮਿਸ ਕਰ ਜਾਂਦੇ ਆ, ਲੰਘ ਜਾਂਦੇ ਆ, ਉਹ ਵਾਇਲੇਸ਼ਨ ਜੇ ਕਰਦੇ ਆ ਤਾਂ ਉਹਦਾ ਕੀ ਜੁਰਮਾਨਾ ਵੱਧ ਤੋਂ ਵੱਧ ਕੀ ਹੋ ਸਕਦਾ? ਜੀ ਸਕੇਲ ਮਿਸ ਕਰਨ ਦਾ ਜੀ? ਹਾਂਜੀ, ਜਿਹੜੇ ਬੰਦੇ ਸਕੇਲ ਮਿਸ ਕਰ ਜਾਂਦੇ, ਸਕੇਲ ਓਪਨ ਆ, ਲੰਘ ਜਾਣਾ ਸਿੱਧਾ, ਕੋਈ ਥੋੜਾ ਪਾਸ ਨਹੀਂ, ਉਹ ਵਾਇਲੇਸ਼ਨ ਦਾ ਜੁਰਮਾਨਾ ਜਾਂ ਸਜ਼ਾ ਜਾਂ ਮੈਕਸੀਮਮ ਕਿੱਥੇ ਤੱਕ ਆ ਜੀ? ਉਹਦਾ ਕੋਈ ਮੈਕਸੀਮਮ ਨਹੀਂ ਗਾ ਜੀ ਤੇ ਕੋਈ ਮਿਨੀਮਮ ਨਹੀਂ ਗਾ। ਉਹ ਜਦੋਂ ਤੁਹਾਨੂੰ ਸਕੇਲ 'ਤੇ ਵਾਪਸ ਲੈ ਕੇ ਆਉਣਗੇ ਫਿਰ ਤੁਹਾਡੀਆਂ ਉਹ ਵਾਇਲੇਸ਼ਨਸ ਕੱਢਣਗੇ ਕਿ ਤੁਸੀਂ ਓਵਰਵੇਟ ਜਾਂ ਤੁਸੀਂ ਲੌਗ ਬੁੱਕ ਦੇ ਵਿੱਚ ਅਨਕੰਪਲੀਟ ਜਾਂ ਤੁਸੀਂ ਕੀ ਹੈ ਸਾਰਾ ਕੁਛ। ਸੋ ਤੁਹਾਡੀਆਂ ਸਾਰੀਆਂ ਵਾਇਲੇਸ਼ਨਾਂ ਕੱਢ ਕੇ ਤੇ ਫਿਰ ਉੱਤੇ ਜੁਰਮਾਨਾ ਇਕੱਠਾ ਹੋਣਾ। ਸੋ ਉਹਦੇ 'ਚ ਕੋਈ ਮਿਨੀਮਮ ਨਹੀਂ, ਕੋਈ ਮੈਕਸੀਮਮ ਨਹੀਂ ਗਾ। ਸੋ ਜੇ ਤਾਂ ਤੁਸੀਂ ਅਣਜਾਣੇ ਦੇ ਵਿੱਚ ਨਿਕਲ ਗਏ ਆ, ਤੁਹਾਡਾ ਸਾਰਾ ਕੁਛ ਠੀਕ ਆ, ਤੁਸੀਂ ਕੋਈ ਤੁਹਾਡਾ ਓਵਰਵੇਟ ਨਹੀਂ ਹੈਗੇ, ਕੋਈ ਤੁਹਾਡੀ ਲੌਗ ਬੁੱਕ ਦੀ ਨਹੀਂ ਹੈਗੀ, ਸੋ ਦੈਨ ਉਹਦਾ ਤੁਹਾਡਾ ਜਿਹੜਾ ਉੱਥੇ ਜਿਹੜਾ ਇੰਸਪੈਕਟਰ ਹੈਗਾ, ਜਿਹੜਾ ਲਾਅ ਇਨਫੋਰਸਮੈਂਟ ਹੈਗਾ, ਉਹ 'ਤੇ ਡਿਪੈਂਡ ਕਰਦਾ ਕਿ ਉਹ ਤੁਹਾਨੂੰ ਕਿਹੜੀ ਵਾਇਲੇਸ਼ਨ ਦਿੰਦਾ। ਪਰ ਜੇ ਮੈਜੋਰਟੀ ਟਾਈਮ ਜਿੰਨੇ ਵੀ ਲੋਕੀ ਜਿਹੜੇ ਆ ਮਿਸ ਕਰਦੇ ਆ ਜਦੋਂ ਸਕੇਲ, ਤੇ ਦੇਰ ਇਜ਼ ਆਲਵੇਜ਼ ਅ ਇਸ਼ੂ। ਠੀਕ ਆ, ਇਸ਼ੂ ਕਰਕੇ ਮਿਸ ਕਰਦੇ, ਜੇ ਇਸ਼ੂ ਨਹੀਂ ਹੁੰਦਾ ਤਾਂ ਮਿਸ ਨਹੀਂ ਹੁੰਦੀ, ਮਿਸ ਨਹੀਂ ਕਰਦੇ। ਸੋ ਉਹ ਤੋਂ ਬਾਅਦ 'ਚ ਹੈ ਕਿ ਅਸੀਂ ਜਿਹੜਾ ਆ ਇਹਦਾ ਕੰਮ ਜਿਹੜਾ ਆ ਬਾਅਦ ਦੇ ਵਿੱਚ ਜਿਹੜਾ ਤੁਹਾਡਾ ਉਹ ਦੇਖਿਆ ਜਾਂਦਾ ਕਿ ਤੁਸੀਂ ਕਿਹੜੀਆਂ ਵਾਇਲੇਸ਼ਨਾਂ ਹੈਗੀਆਂ ਤੁਹਾਡੀਆਂ। ਮੋਸਟਲੀ ਹੁੰਦੀਆਂ ਕਿ ਵੇਟ ਦੀ ਵਾਇਲੇਸ਼ਨ ਹੁੰਦੀ ਹੈ ਅਤੇ ਲੌਗ ਬੁੱਕ ਦੀ ਹੁੰਦੀ ਹੈ। ਸੋ ਜੇ ਉਹ ਵਾਇਲੇਸ਼ਨ ਨਿਕਲਦੀਆਂ ਤਾਂ ਉਹਨਾਂ ਦੀਆਂ ਟਿਕਟਾਂ ਉਹਨਾਂ ਦੇ ਹਿਸਾਬ ਦੇ ਨਾਲ ਮਿਲਦੀਆਂ। ਠੀਕ ਹੈ ਜੀ, ਥੈਂਕ ਯੂ ਜੀ, ਮਿਹਰਬਾਨੀ। ਅਗਲੇ ਸਨੀ ਗਰੇਵਾਲ ਹੋਣਾ ਦਾ ਕੁਐਸਚਨ ਵੀ ਉਹੀ ਆ ਕਿ ਅਸੀਂ ਲਾਸਟ ਵੀਕ ਸਨੀ ਤੇ ਗੱਲ ਮੇਰੇ ਨਾਲ ਹੋਈ ਸੀਗੀ, ਅਸੀਂ ਗੱਲ ਕੀਤੀ ਸੀਗੀ। ਸੋ ਸਨੀ ਦੀ ਉਹੀ ਰਿਕੁਐਸਟ ਹੈਗੀ ਆ ਕਿ ਨਾਪਟਾ ਵੱਲੋਂ ਜਿਹੜੀ ਆਪਣੀ ਪਟੀਸ਼ਨ ਹੈ ਸ਼ੁਰੂ ਕੀਤੀ ਜਾਵੇ। ਸੋ ਡੈਫੀਨੇਟਲੀ ਇਹਦੇ ਉੱਤੇ ਵਰਕ ਜਿਹੜਾ ਉਹ ਕਰ ਸਕਦੇ ਹੈਗੇ, ਸ਼ੁਰੂ ਕਰ ਸਕਦੇ ਆ। ਪਰ ਉਹਦੇ ਲਈ ਫਿਰ ਰਾਜਕਿਰਨ ਰਿਕੁਐਸਟ ਇਹੋ ਹੀ ਆਉਂਦੀ ਆ ਕਿ ਮੈਂਬਰਸ਼ਿਪ ਦੀ ਲੋੜ ਆ। ਮੈਂਬਰਸ਼ਿਪ ਨਹੀਂ ਹੈਗੀ, ਜੇ ਤੁਸੀਂ ਸਾਈਨ ਅਪ ਹੀ ਨਹੀਂ ਹੈਗੇ, ਤੁਸੀਂ ਸਪੋਰਟ ਹੀ ਨਹੀਂ ਕਰਦੇ, ਤੇ ਗੱਲਾਂ ਦੇ ਨਾਲ ਤਾਂ ਸਾਰਾ ਕੁਛ ਸਾਰਾ ਦਿਨ ਹੁੰਦਾ ਹੀ ਰਹਿੰਦਾ ਜੀ। ਹਾਂਜੀ, ਗੱਲਾਂ ਕੀਤੀਆਂ। ਤੇ ਮੈਨੂੰ ਜਿਹੜਾ ਇੱਕ ਟੈਕਸਟ ਵੀ ਆਇਆ ਕਿ ਸ਼ਾਇਦ ਐਰੀਜ਼ੋਨਾ ਦੇ ਵਿੱਚ, ਮੈਂ ਇਹ ਜਿਹੜਾ ਟੈਕਸਟ ਆਇਆ ਹੈਗਾ ਇਹਨੂੰ ਮੈਂ ਕਲੈਰੀਫਾਈ ਜ਼ਰੂਰ ਕਰੂੰਗਾ।
ਆਪਣੇ ਕਨਵਰ ਔਲਖ ਹੋਣਾ ਵੱਲੋਂ ਆਇਆ ਜੀ ਕਿ ਐਰੀਜ਼ੋਨਾ ਦੇ ਵਿੱਚ ਜੇ ਤੁਸੀਂ ਸਕੇਲ ਮਿਸ ਕਰਦੇ ਆ ਤੇ ਮਿਸ ਡਿਮੀਨਰ ਹੈਗਾ। ਸੋ ਇਹਨੂੰ ਮੈਂ ਵੈਰੀਫਾਈ ਕਰੂੰਗਾ ਕਿ ਇਹ ਕਰੈਕਟ ਹੈਗਾ ਕਿ ਨਹੀਂ, ਬਟ ਇਹ ਟੈਕਸ ਦੇ ਉੱਤੇ ਮੈਨੂੰ ਇਹ ਚੀਜ਼ ਆਈ ਹੈ ਕਿ ਉਹਦੇ ਵਿੱਚ ਜੇ ਤੁਸੀਂ ਮਿਸ ਕਰਦੇ ਤਾਂ ਮਿਸ ਡਿਮੀਨਰ ਦਾ ਚਾਰਜ ਲੱਗਦਾ ਜੀ। ਤੇ ਬਾਕੀ ਜਿੰਨੇ ਵੀ ਟਰੱਕਰਸ ਆ ਵੱਖ-ਵੱਖ ਥਾਵਾਂ ਦੇ ਉੱਤੇ ਜਾਂਦੇ ਆ, ਕਈ ਦੀ ਕਿਸੇ ਤੋਂ ਸੁਣਿਆ ਹੁੰਦਾ ਤੇ ਕਈ ਦੀ ਕਿਸੇ ਦੇ ਨਾਲ ਵਾਪਰੀ ਹੁੰਦੀ ਆ। ਸੋ ਜ਼ਰੂਰ ਦੱਸ ਦਿਓ ਵੀ ਕਿਹੜੇ ਸੂਬੇ ਦੇ ਵਿੱਚ ਕਿੱਦਾਂ ਦੀ ਜੇ ਕੋਈ ਸਜ਼ਾ ਆ ਜਾਂ ਕਿਹੜੀ ਵਾਇਲੇਸ਼ਨ ਜਿਹੜੀ ਉਹ ਤੁਹਾਨੂੰ ਮਿਲੀ ਆ ਜਾਂ ਤੁਹਾਨੂੰ ਸੁਣਨ ਨੂੰ ਵਿੱਚ ਆਇਆ ਆ ਵੀ ਇੱਦਾਂ ਦੀ ਜਿਹੜੀ ਉਹ ਹੁੰਦੀ ਆ। ਸੋ ਐਟਲੀਸਟ ਬੰਦਾ ਨੂੰ ਕਲੀਅਰ ਹੋਣਾ ਚਾਹੀਦਾ ਆ। ਐਨੀ ਕੇਸ ਮਿਸ ਤਾਂ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਜੇ ਸਕੇਲ ਓਪਨ ਹੈਗਾ ਆ। ਜਦੋਂ ਉਹਨਾਂ ਨੇ ਲਿਖਿਆ ਵੀ ਸਾਰੇ ਟਰੱਕ ਇੱਧਰੋਂ ਦੀ ਲੰਘ ਕੇ ਜਾਣ ਤਾਂ ਫਿਰ ਕਿਤੇ ਨਾ ਕਿਤੇ ਤਾਂ ਉਹਨਾਂ ਦੀ ਤੁਹਾਨੂੰ ਜਿਹੜਾ ਮੰਨਣਾ ਪੈਣਾ, ਅਦਰਵਾਈਜ਼ ਤਾਂ ਫਿਰ ਜੁਰਮਾਨਾ ਵਗੈਰਾ ਤਾਂ ਉਹ ਤੁਹਾਨੂੰ ਕਰਨਗੇ ਹੀ ਕਰਨਗੇ। ਬਿਲਕੁਲ। ਇੱਕ ਫੇਸਬੁੱਕ ਦੇ ਉੱਤੇ ਵੀ ਰਾਜ ਆਇਆ ਕਿ ਜਸਵੀਰ ਬਰਾੜ ਹੋਣਾ ਦਾ ਕਿ ਜਿਹੜੀ 40 ਫੁੱਟ ਦੀ ਸਕੇਲ ਹੈ ਆਪਣੀ ਐਕਸਲ ਜਿਹੜੇ ਆਪਾਂ ਕਰਦੇ ਹੈਗੇ ਆ, ਉਹ ਜਸਟ ਇੱਕ ਸਿਰਫ ਅਨਸੇਫ ਚੀਜ਼ ਵਾਸਤੇ ਨਹੀਂ, ਉਹ ਹੈਵੀ ਲੋਡ ਵਾਸਤੇ ਵੀ ਹੈ। ਵੀਰ ਜੀ ਹੈਵੀ ਲੋਡ ਤਾਂ ਸਾਰੀਆਂ ਸਟੇਟਾਂ ਦੇ ਵਿੱਚ ਹੈਗੇ ਆ। ਸੋ ਹੈਵੀ ਲੋਡ ਇਕੱਲਾ ਕੈਲੀਫੋਰਨੀਆ 'ਚ ਨਹੀਂ ਗਾ, 80,000 ਪਾਊਂਡ ਸਾਰੀਆਂ ਸਟੇਟਾਂ 'ਚ ਚੱਲਦਾ ਹੈਗਾ। ਸੋ ਗੱਲ ਕਰਦੇ ਹਾਂ ਕਿ ਜਿਹੜੀ ਕੈਲੀਫੋਰਨੀਆ ਦੇ ਵਿੱਚ 40 ਫੁੱਟ ਜਿਹੜਾ ਐਕਸਲ ਹੈਗਾ ਉਹ ਬਿਗੇਸਟ ਉਹਦੀ ਚੀਜ਼ ਹੈਗੀ ਹੈ ਕਿ ਟਰਨਸ ਦੇ ਕਰਕੇ ਲੋਡ ਦਾ ਹੈਵੀ ਹੋਣਾ। ਉਹ ਦੂਜੀ ਸਟੇਟ 'ਚ ਵੀ ਉਹੀ ਲੋਡ ਹੈ ਤੇ ਇਸ ਸਟੇਟ 'ਚ ਵੀ ਉਹੀ ਹੈ। ਜੇ ਦੂਜੀ ਸਟੇਟ ਦੇ ਵਿੱਚ ਉਹ ਜਿੱਥੇ ਮਰਜ਼ੀ ਐਕਸਲ ਫਿੱਟ ਕਰਕੇ ਤੁਹਾਡਾ ਚੱਲ ਸਕਦਾ ਤੇ ਕੈਲੀਫੋਰਨੀਆ ਦੇ ਵਿੱਚ ਕਿਉਂ ਨਹੀਂ। ਸੋ ਵੇਟ ਦਾ ਐਡਾ ਵੱਡਾ ਰੀਜ਼ਨ ਨਹੀਂ ਹੈਗਾ, ਉੱਥੇ ਹੈਗਾ ਟਰਨ ਦਾ ਰੀਜ਼ਨ ਜ਼ਿਆਦਾ ਵੱਡਾ ਹੈ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਗੁਰਿੰਦਰ ਜੀ। ਸਤਿ ਸ਼੍ਰੀ ਅਕਾਲ ਜੀ ਗੁਰਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜਨਾਬ ਰਾਮਾਨੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਟ੍ਰੇਸੀ ਤੋਂ ਬੋਲਦਾ ਪਿਆ। ਮੈਨੂੰ ਪਤਾ ਹੈ ਪ੍ਰੋਗਰਾਮ ਟਰੈਕਿੰਗ ਦਾ ਹੈ। ਮੇਰਾ ਜਿਹੜਾ ਪੰਜਾਬ ਹੈ ਟਰੈਕਿੰਗ ਰਿਲੇਟਿਡ ਨਹੀਂ ਹੈਗਾ। ਐਕਚੁਅਲੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹੈ ਕਿ ਸਰਦਾਰ ਪਰਮਜੀਤ ਸਿੰਘ ਦਾ ਕਤਲ ਹੋਇਆ ਸੀ ਕ੍ਰਿਸਚਨ ਟੈਲੀ ਪਾਰਕ ਟ੍ਰੇਸੀ ਦੇ ਵਿੱਚ, ਤੇ ਉਹਨਾਂ ਦੇ ਸਸਪੈਕਟ ਨੂੰ ਇਹ ਕਹਿ ਕੇ ਛੱਡਦਾ ਗਿਆ ਹੈ ਵੀ ਉਹਦੇ ਖਿਲਾਫ ਕੋਈ ਸਬੂਤ ਨਹੀਂ ਮਿਲੇ, ਤੇ ਉਹ ਪ੍ਰਸ਼ਾਸਨ ਦੇ ਉੱਤੇ ਤੇ ਕਾਉਂਟੀ ਦੇ ਦਬਾਅ ਪਾਉਣ ਲਈ ਅਸੀਂ ਸਾਰੇ ਭੈਣ ਭਰਾ ਅੱਜ ਟੈਲੀ ਪਾਰਕ ਇਕੱਠੇ ਹੋ ਰਹੇ ਹਾਂ। ਜਿਹੜੇ ਵੀ ਮੇਰੇ ਵੀਰ ਭੈਣ ਸੁਣਦੇ ਪਏ ਉਹ ਨੇੜੇ ਹੋਣ ਤੇ 11 ਵਜੇ ਦਾ ਪ੍ਰੋਗਰਾਮ ਹੈਗਾ ਜੀ ਕ੍ਰਿਸਚਨ ਟੈਲੀ ਪਾਰਕ। ਛੋਟਾ ਜਿਹਾ ਪ੍ਰੋਗਰਾਮ ਹੋਏਗਾ। ਸਿਟੀ ਦੇ ਕੁਝ ਬੰਦੇ ਵੀ ਆ ਰਹੇ ਨੇ ਤੇ ਪੁਲਿਸ ਡਿਪਾਰਟਮੈਂਟ ਤੋਂ ਵੀ ਆ ਰਹੇ ਨੇ, ਤੇ ਇਹ ਬੇਨਤੀ ਹੈ ਵੀ ਹੱਥ ਜੋੜ ਕੇ ਵੀ ਜ਼ਰੂਰ ਵੱਧ ਤੋਂ ਵੱਧ ਗਿਣਤੀ ਉੱਤੇ ਇਕੱਠੀ ਹੋਵੇ ਤਾਂ ਕਿ ਅਸੀਂ ਉਹਨਾਂ ਨੂੰ ਕੁਝ ਦਬਾਅ ਪਾ ਸਕੀਏ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ, ਮਿਹਰਬਾਨੀ ਜੀ। ਥੈਂਕ ਯੂ ਜੀ। ਜੀ ਬਿਲਕੁਲ ਜੀ। ਇਹ ਤਾਂ ਤੇ ਰਾਜਕਰਨ ਆਪਾਂ ਜਿਹੜੀ ਇੱਕ ਗੱਲ ਉਹ ਵੀ ਕਰਦੀ ਹੈ ਕਿ ਜਿਹੜੀ ਅਕਤੂਬਰ 8 ਨੂੰ SBA ਵੱਲੋਂ ਨਵੀਂ ਸਿੰਪਲੀਫਾਈਡ ਐਪਲੀਕੇਸ਼ਨ ਕੱਢੀ ਗਈ ਹੈ, ਜਿਹੜੇ PPP ਸਟ੍ਰੀਮਲਾਈਨ ਲੋਨ ਸੀਗੇ ਉਹਦੀ ਫੋਰਗਿਵਨੈਸ ਦੀ ਜਿਹੜੀ ਐਪਲੀਕੇਸ਼ਨ ਆ ਉਹ ਕੱਢੀ ਗਈ ਆ। ਉਹ ਸਮਾਲ ਟਰੱਕਿੰਗ ਕੰਪਨੀਆਂ ਓਨਰ ਆਪਰੇਟਰ ਵਾਸਤੇ ਬਹੁਤ ਸਿੰਪਲਰ ਹੈਗੀ ਆ। ਉਹਦਾ ਰੀਜ਼ਨ ਸੀਗਾ ਕਿ ਜਿਹੜੀ ਪਹਿਲੀ ਐਪਲੀਕੇਸ਼ਨ ਸੀਗੀ ਉਹ ਬਹੁਤ ਲੰਮੀ ਤੇ ਟੀਡੀਅਸ ਸੀਗੀ, ਸਵਾਲ ਬਹੁਤ ਔਖੇ ਸੀਗੇ ਉਹਦੇ ਵਿੱਚ, ਤੇ ਇਸ ਕਰਕੇ ਜਿਹੜਾ ਸੀਗਾ ਕਿ ਉਹ ਨਹੀਂ ਸੀ ਕਰ ਪਾ ਰਹੇ, ਉਹਨੂੰ ਆਪਣੀ ਫੋਰਗਿਵਨੈਸ ਨਹੀਂ ਸੀ ਹੋ ਪਾ ਰਹੀ। ਤੇ ਬੈਂਕ ਵੀ ਜਿਹੜੇ ਹੈਗੇ ਆ, ਬੈਂਕ ਵੀ ਥੋੜੇ ਜਿਹੇ ਬੈਕਫੁੱਟ ਤੇ ਬੈਠੇ ਸੀਗੇ ਕਿਉਂਕਿ ਉਹਨਾਂ ਨੂੰ ਇੱਦਾਂ ਲੱਗਦਾ ਸੀਗਾ ਕਿ ਗਵਰਨਮੈਂਟ ਨੇ ਇੱਕ ਥ੍ਰੈਸ਼ਹੋਲਡ ਸੈੱਟ ਕਰ ਦੇਣਾ ਬਈ ਇੰਨਾ ਮਿਨੀਮਮ ਥ੍ਰੈਸ਼ਹੋਲਡ ਹੈਗਾ, ਉਹ ਤੋਂ ਥੱਲੇ ਜਿਹੜਾ ਅਮਾਊਂਟ ਹੈਗਾ ਉਹ ਆਟੋਮੈਟਿਕਲੀ ਉਹਦੇ ਵਿੱਚ ਤਬਦੀਲ ਹੋ ਜਾਣੇ ਆ ਗ੍ਰਾਂਟ ਦੇ ਵਿੱਚ। ਸੋ ਉਹ ਜਿਹੜੀ ਸੀਗੀ ਵੇਟ ਜਿਹੜੀ ਸੀ ਉਹ ਮੇਰੇ ਕੋਲ ਖਤਮ ਹੋਈ ਆ। ਅਕਤੂਬਰ 8 ਨੂੰ ਜਿਹੜੀ ਐਪਲੀਕੇਸ਼ਨ ਹੁਣ ਆਈ ਆ ਲੋਨ ਫੋਰਗਿਵਨੈਸ ਦੀ, ਉਹ ਕਾਫੀ ਸੌਖੀ ਹੈਗੀ ਆ। ਸੋ ਆਪਾਂ ਆਪਣੇ ਜਿੱਥੇ ਫੇਸਬੁੱਕ ਵਾਲੇ ਅਕਾਊਂਟ ਦੇ ਵਿੱਚ ਮੈਂ ਦੋਨੋਂ ਪੋਸਟ ਵੀ ਕੀਤੀਆਂ ਹੈਗੀਆਂ, ਉਹਦੀ ਐਪਲੀਕੇਸ਼ਨ ਵੀ ਤੇ ਇੰਸਟਰਕਸ਼ਨਸ ਵੀ ਪੋਸਟ ਕੀਤੀਆਂ। ਜੇ ਤੁਸੀਂ PPP ਦਾ ਲੋਨ ਲਿਆ ਹੈਗਾ ਤੇ ਜਿਹੜਾ 50,000 ਤੋਂ ਥੱਲੇ ਹੈਗਾ, ਸੋ ਇਹ ਸਿੰਪਲੀਫਾਈਡ ਜਿਹੜੀ ਐਪਲੀਕੇਸ਼ਨ ਆ ਤੁਸੀਂ ਯੂਜ਼ ਕਰਕੇ ਉਹਨੂੰ ਫੋਰਗਿਵਨੈਸ ਜਿਹੜੀ ਆ ਉਹ ਲੈ ਸਕਦੇ ਆ। ਜੀ ਜੀ, ਫਾਇਦਾ ਜਿਹੜਾ ਉਸ ਦੇ ਵਿੱਚ ਤੁਸੀਂ ਲੈ ਸਕਦੇ ਆ। ਆਪਣੇ ਅਗਲੇ ਕਾਲਰ ਨੇ ਜੁੜੇ ਗੁਰਪ੍ਰੀਤ ਜੀ। ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋ ਚੀਜ਼ਾਂ ਨੇ। ਇੱਕ ਤਾਂ ਮੈਂ ਐਮਾਜ਼ੋਨ 'ਚ ਕੰਮ ਕਰਦਾ, ਸਾਡਾ ਹੁੱਕ ਡਰੋਪ ਬਹੁਤ ਹੁੰਦਾ, ਤਾਂ ਹਰ ਵਾਰੀ ਟ੍ਰੇਲਰ ਦੀ ਇੰਸਪੈਕਸ਼ਨ 10-15 ਮਿੰਟ ਦੀ ਪਾਉਣੀ ਹੁੰਦੀ ਹੈ ਜੀ, ਜ਼ਰੂਰੀ ਹੈ ਜੀ। ਓਕੇ। ਦੂਜਾ ਸਵਾਲ ਮੇਰਾ ਇਹ ਆ, ਸਲਾਹ ਕਹਿ ਲਓ, ਸਵਾਲ ਕਹਿ ਲਓ, ਜੋ ਮਰਜ਼ੀ ਕੋਈ ਬੇਨਤੀ ਕਹਿ ਲਓ, ਹੈ ਨਾ। ਹੁਣ ਐਮਾਜ਼ੋਨ ਨੇ ਕੰਟਰੈਕਟ ਸ਼ਾਰਟ ਟਰਮ ਕੰਟਰੈਕਟ ਕੱਢਿਆ। ਮੈਂ ਇੱਕ ਮਿੰਟ ਦੀ ਗੱਲ ਖਤਮ ਕਰ ਦੂੰਗਾ ਨਾ। ਉਹਨੇ ਸ਼ਾਰਟ ਟਰਮ ਕੰਟਰੈਕਟ ਕੱਢੇ ਨੇ, ਹੈ ਨਾ ਜੀ। ਉਹ ਪਿਛਲੇ ਮਹੀਨੇ ਜਨਵਰੀ ਤੱਕ ਚੱਲਣੇ ਨੇ। ਮੈਨੂੰ ਕਿਸੇ ਆਪਣੇ ਵੀਰ ਦਾ ਫੋਨ ਆਇਆ ਜੀ, ਮੇਰੇ ਕੋਲ 4 ਟਰੱਕਾਂ ਦੇ ਲੋਡ ਨੇ ਵੀਰੇ, ਮੈਨੂੰ ਟਰੱਕ ਚਾਹੀਦੇ 4 ਹੋਰ, ਜਿਵੇਂ ਮਰਜ਼ੀ ਕਰਕੇ ਅਰੇਂਜ ਕਰਕੇ ਦੇ, ਟਰੱਕ ਲੈ ਕੇ ਦੇ ਹੋਰ, ਹੈ ਨਾ। 4 ਮੈਨੂੰ ਓਨਰ ਆਪਰੇਟਰ ਮੇਰੇ ਨਾਲ। ਤੇ ਇਹ ਬੰਦੇ ਕੋਲੇ ਜੀ ਉਸ ਬੰਦੇ ਕੋਲੇ 1 ਟਰੱਕ ਹੈਗਾ। ਉਹ ਲੋਡ ਲੈ ਕੇ ਕੰਟਰੈਕਟ ਸਾਈਨ ਕਰਕੇ ਬੈਠਾ। 4 ਟਰੱਕਾਂ ਦੇ ਲੋਡ ਉਹਦੇ ਕੋਲ ਐਡਵਾਂਸ ਆ ਜਾਂਦੇ ਆ।
ਮੈਂ ਹੁਣ ਦਰਜਨ ਮੈਟਰ ਆ ਕਿ ਤੁਸੀਂ ਟਰੱਕ ਐਮਾਜ਼ੋਨ ਤੁਹਾਡਾ ਟਰੱਕ ਯੂਜ਼ ਕਰੂ ਜਾਂ ਨਾ ਕਰੂ, ਤੁਹਾਨੂੰ ਪੇ ਮਿਲੂਗੀ ਹਨਾ। ਤਾਂ ਮੇਰੇ ਕੋਲ ਹੁਣ ਇੱਕ ਟਰੱਕ ਆ ਜਾਂ 2 ਟਰੱਕ ਆ, ਮੈਂ ਉਸ ਹਿਸਾਬ ਨਾਲ ਲੋਡ ਲਊਂਗਾ। ਤੁਸੀਂ ਯਾਰ ਅਕਲ ਨੂੰ ਹੱਥ ਮਾਰੋ, ਇੱਕ ਟਰੱਕ ਆ ਤੇਰੇ ਕੋਲੇ, ਤੂੰ 4 ਟਰੱਕਾਂ ਦੇ ਲੋਡ ਚੱਕੀ ਬੈਠਾ, ਡਾਲਰ ਦੇਖ ਕੇ ਉੱਥੇ ਤੁਸੀਂ ਜੱਫਾ ਪਾਉਣ ਨੂੰ ਫਿਰਦੇ ਹੋ ਵੀ ਸਾਰੇ ਅਸੀਂ ਇਕੱਠੇ ਕਰ ਲਈਏ, 4 ਬੰਦਿਆਂ ਚ ਹੋਰ ਤੂੰ 4 ਲੱਖ ਮਾਰੀ ਵੀ ਦੇਖ ਲਓ। ਇਹ ਜਿਹੇ ਕੰਮ ਲੋਕ ਕਰਦੇ ਨੇ। ਟਰੱਕਿੰਗ ਇੰਡਸਟਰੀ ਦਾ ਬੇੜਾ ਗਰਕ ਇਹੋ ਜਿਹੇ ਲੋਕਾਂ ਨੇ ਕੀਤਾ ਜੀ। ਥੈਂਕ ਯੂ। ਬਹੁਤ ਕਾਮਨ ਪ੍ਰੋਬਲਮ ਹੈਗੀ ਹੈ ਵੀਰ ਜੀ, ਇਹ ਬਹੁਤ ਕਾਮਨ ਪ੍ਰੋਬਲਮ ਹੈ। ਇਕੱਲੇ ਐਮਾਜ਼ੋਨ ਦੀ ਪ੍ਰੋਬਲਮ ਨਹੀਂ ਹੈਗੀ, ਇਹ ਸਾਰੇ ਹੀ ਫਰੇਟ ਦੇ ਵਿੱਚ ਪ੍ਰੋਬਲਮ ਹੈਗੀ ਆ, ਸਾਰੀ ਹੀ ਇੰਡਸਟਰੀ 'ਚ ਪ੍ਰੋਬਲਮ ਹੈਗੀ ਆ, ਔਰ ਖਾਸ ਕਰਕੇ ਆਪਣੀ ਕਮਿਊਨਿਟੀ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਆ। ਬਹੁਤ ਐਸੇ ਮੈਂ ਜਿਹੜੇ ਆ ਜਿਹੜੀਆਂ ਟਰੱਕਿੰਗ ਕੰਪਨੀਜ਼ ਦੇਖੀਆਂ, ਜੇ ਉਹਨਾਂ ਦੇ ਕੋਲ 5 ਟਰੱਕ ਆ ਤੇ ਉਹ 10-10 15-15 ਲੋਡ ਲੈ ਕੇ ਬੈਠੇ ਆ, ਉਹ ਆਪਣਾ ਉੱਤੋਂ ਜਿਹੜਾ ਉਹਨਾਂ ਦਾ ਜਿਹੜੇ ਓਨਰ ਆਪਰੇਟਰ ਨਾਲ ਹੁੰਦੇ ਆ ਉਹਨਾਂ ਦੇ ਵਾਸਤੇ ਲੈਂਦੇ ਆ, ਫਿਰ ਉਹਨਾਂ ਦੇ ਉਹ ਉੱਥੇ ਨਹੀਂ ਕਵਰ ਹੁੰਦੇ, ਫਿਰ ਉਹ ਹੋਰ ਜਗ੍ਹਾ ਤੇ ਪੋਸਟ ਕਰਦੇ ਆ, ਫਿਰ ਇੱਧਰ ਕਰ ਉੱਧਰ ਕਰ, ਵਟਸਐਪ ਗਰੁੱਪਾਂ ਦੇ ਵਿੱਚ ਪੋਸਟ ਕਰ। ਸੋ ਉਹ ਜਿਹੜੀ ਚੀਜ਼ ਹੈ ਨਾ, ਉਹ ਚੀਜ਼ ਜਿਹੜੀ ਆ ਉਹ ਡੈਫੀਨੇਟਲੀ ਤੁਹਾਡੀ ਬਿਲਕੁਲ ਸੱਚੀ ਗੱਲ ਹੈ ਕਿ ਜਿੰਨੀ ਤੁਹਾਨੂੰ ਲੋੜ ਆ, ਜੇ ਤੁਸੀਂ ਓਨਾ ਕੰਮ ਕਰੋ ਤੇ ਉਹਦੇ ਨਾਲ ਕੀ ਆ ਕਿ ਉਹਦੇ ਨਾਲ ਬਾਕੀਆਂ ਨੂੰ ਵੀ ਮੌਕਾ ਮਿਲਦਾ, ਜਿਹੜੇ ਬੈਠੇ ਆ, ਜਿਹੜੇ ਆਪ ਕੰਮ ਕਰਦੇ ਆ ਬੈਠੇ ਆ, ਉਹਨਾਂ ਨੂੰ ਵੀ ਮੌਕਾ ਮਿਲਦਾ। ਸੋ ਇਹ ਡੈਫੀਨੇਟਲੀ ਤੁਹਾਡੀ ਬਿਲਕੁਲ ਸਹੀ ਗੱਲ ਹੈਗੀ, ਔਰ ਇਸ ਚੀਜ਼ ਦੇ ਉੱਤੇ ਮੇਰੇ ਖਿਆਲ ਦੇ ਵਿੱਚ ਬਹੁਤ ਔਖਾ ਕਾਬੂ ਪਾਉਣਾ, ਪਰ ਡੈਫੀਨੇਟਲੀ ਸੱਚੀ ਗੱਲ ਆ। ਜੀ। ਤੇ ਵੈਸੇ ਜਦੋਂ ਇਹ ਕੰਟਰੈਕਟ ਸਾਈਨ ਕਰਦੇ ਆ ਕਿਸੇ ਦੇ ਨਾਲ, ਕਿ ਉਦੋਂ ਐਮਾਜ਼ੋਨ ਨਾਲ ਕੀ ਜਾਂ ਕੋਈ ਵੀ ਫਰੇਟ ਵਾਲੇ ਉਹ ਚੈੱਕ ਨਹੀਂ ਕਰਦੇ ਵੀ ਇਹਨਾਂ ਦੇ ਕੋਲ ਕਿੰਨੇ ਆ, ਜਾਂ ਉਹ ਫਿਰ ਜੋ ਮਰਜ਼ੀ ਲਿਖੀ ਜਾਓ ਠੀਕ ਹੈ ਠੀਕ ਆ? ਨਹੀਂ, ਇਹ ਦੇਖੋ, ਇਸੇ ਕਰਕੇ ਜਿਹੜੀ ਤੁਹਾਡੀ FMCSA ਦੇ ਉੱਤੇ, ਸੇਫਰ ਦੇ ਉੱਤੇ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਨਾ, ਜਿਹੜੀਆਂ ਚੰਗੀਆਂ ਟਰੱਕਿੰਗ ਕੰਪਨੀਆਂ ਹੈਗੀਆਂ, ਜਿਹੜੀਆਂ ਚੰਗੇ ਬ੍ਰੋਕਰਸ ਹੈਗੇ ਆ, ਉਹ ਤੁਹਾਡਾ ਹਮੇਸ਼ਾ ਉੱਥੋਂ ਰੈਕਡ ਚੈੱਕ ਕਰਦੇ ਆ, ਹਮੇਸ਼ਾ ਉਹ ਦੇਖਦੇ ਆ ਕਿ ਤੁਹਾਡੇ ਕੋਲ ਕਿੰਨੇ ਟਰੱਕ ਹੈਗੇ ਆ ਤੇ ਤੁਸੀਂ ਕਿੰਨੇ ਲੋਡ ਲੈ ਰਹੇ ਆ। ਹੁਣ ਕਿਸੇ ਕੰਪਨੀ ਕੋਲ 2 ਟਰੱਕ ਹੈਗੇ ਆ ਤੇ ਉਹ ਕਿਸੇ ਇੱਕ ਬ੍ਰੋਕਰ ਦੇ 4 ਲੋਡ ਲਈ ਫਿਰਦਾ, ਤੇ ਆਬਵੀਅਸਲੀ ਬ੍ਰੋਕਰ ਨੂੰ ਪਤਾ ਵੀ ਇਹ ਬਾਹਰ ਬ੍ਰੋਕਰ ਕਰ ਰਿਹਾ। ਹੁਣ ਉੱਥੇ ਇਹ ਆ ਕਿ ਉਹ ਬ੍ਰੋਕਰ ਨੂੰ ਕਿੰਨੀ ਕੁ ਲੋੜ ਆ, ਔਰ ਬ੍ਰੋਕਰ ਜਿਹੜੇ ਆ ਉਹ ਕੀ ਕਰਦੇ ਆ ਕਿ ਆਬਵੀਅਸਲੀ ਲੋਡ ਜਿਹੜੇ ਆ ਇੱਦਾਂ ਪਾਸ ਔਨ ਕਰ ਦਿੰਦੇ ਆ। ਉਹਨਾਂ ਨੂੰ ਇਹ ਹੁੰਦਾ ਕਿ ਸਾਡਾ ਲੋਡ ਆਪੇ ਇਹਦੀ ਜ਼ਿੰਮੇਵਾਰੀ ਬਣ ਕੇ ਇਹ ਕਵਰ ਕਰੂਗਾ। ਸੋ ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਦੂਜੇ ਦੇ ਸਿਰ ਤੇ ਸਿੱਟ ਕੇ ਵਿਹਲਾ ਹੋਣ ਨੂੰ ਫਿਰਦਾ। ਸੋ ਜਿਹੜੀਆਂ ਚੰਗੀਆਂ ਕੰਪਨੀਆਂ ਉਹ ਡੈਫੀਨੇਟਲੀ ਤੁਹਾਡੇ ਰੈਕਡ ਦੇ ਉੱਤੇ ਜਾਂਦੀਆਂ ਕਿ ਤੁਹਾਡਾ FMCSA ਤੇ ਸੇਫਰ ਤੇ ਕੀ ਟਰੱਕ ਸ਼ੋਅ ਕਰਦੇ ਆ, ਉਹਦੇ ਹਿਸਾਬ ਨਾਲ ਤੁਹਾਨੂੰ ਲੋਡ ਮਿਲਦੇ ਆ। ਐਮਾਜ਼ੋਨ ਦੇ ਵਿੱਚ ਵੀ ਡੈਫੀਨੇਟਲੀ ਇਹ ਹੋਣਾ ਚਾਹੀਦਾ, ਪਰ ਜਿੱਦਾਂ ਦਾ ਉੱਥੇ ਮਾਹੌਲ ਹੈਗਾ, ਜਿੱਦਾਂ ਦਾ ਸਿਸਟਮ ਚੱਲ ਰਿਹਾ ਕਿ ਇਸ ਵੇਲੇ ਐਮਾਜ਼ੋਨ ਨੂੰ, ਜਿੱਦਾਂ ਆਪਾਂ ਲਾਸਟ ਕਪਲ ਆਫ ਵੀਕਸ ਪਹਿਲਾਂ ਕਿਹਾ ਸੀਗਾ ਕਿ ਟਰੱਕ ਹੀ ਨਹੀਂ ਮਿਲ ਰਹੇ ਉਹਨਾਂ ਨੂੰ, ਤੇ ਉਹਨਾਂ ਨੇ ਬੜੀ ਭੱਜ ਦੌੜ ਇਸ ਵੇਲੇ ਲਾਈ ਹੋਈ ਹੈ। ਔਰ ਇਸ ਵੇਲੇ ਨਵਾਂ ਸੈਟਅਪ ਉਹਨਾਂ ਦਾ ਮੇਰੇ ਖਿਆਲ ਹੁਣ ਔਨ ਦਾ ਫਲੋ ਹੈਗਾ, ਜਿੱਦਾਂ ਕਿ ਉਹਨਾਂ ਨੇ ਪਿੱਛੇ ਆਪਾਂ ਨੂੰ ਰਿਮੈਂਬਰ ਰਾਜਕਰਨ ਜਦੋਂ ਵੈਨਸ ਦਿੱਤੀਆਂ ਸੀ ਲੋਕਾਂ ਨੂੰ $10,000 ਲੈ ਕੇ 10 ਵੈਨਾਂ ਦਾ ਸੈੱਟ ਬਣਾ ਕੇ ਦੇ ਦਿੱਤਾ ਸੀਗਾ, ਲੀਜ਼ ਕਰਤੀਆਂ ਸੀ। ਹੁਣ ਉਹ ਐਮਾਜ਼ੋਨ ਵਾਲੇ ਆਪਣੇ ਟਰੱਕ ਉਤਾਰਨ ਜਾ ਰਹੇ ਆ। ਸੋ ਹੁਣ ਉਹਨਾਂ ਦੇ ਡੇ ਕੈਬ ਟਰੱਕ ਜਿਹੜੇ ਆ ਉਹ ਆਉਣੇ ਸ਼ੁਰੂ ਹੋ ਜਾਣੇ ਆ। ਉਹਨਾਂ ਦਾ ਆਲਰੇਡੀ ਇਹ ਚੱਲ ਰਿਹਾ ਹੈਗਾ, ਔਨ ਦਾ ਪ੍ਰੋਸੈਸ ਹੈਗਾ ਕਿ ਜਿਹੜੇ ਡੇ ਕੈਬ ਟਰੱਕ ਆ ਉਹ ਵੀ ਸਾਡੇ, ਟ੍ਰੇਲਰ ਵੀ ਸਾਡਾ, ਰਿਪੇਅਰ ਵੀ ਸਾਡੀ, ਸਾਰਾ ਕੁਝ ਸਾਡਾ, ਤੁਸੀਂ ਸਿਰਫ ਡਰਾਈਵਰ ਪ੍ਰੋਵਾਈਡ ਕਰਨਾ। ਸੋ ਡਰਾਈਵਰ ਪ੍ਰੋਵਾਈਡ ਕਰੋ ਤੇ ਤੁਸੀਂ ਟਰੱਕ ਵੀ ਲੈ ਲਓ, ਟ੍ਰੇਲਰ ਵੀ ਲੈ ਲਓ, ਸਭ ਕੁਝ ਲੈ ਲਓ, ਠੀਕ ਹੈ। ਸੋ ਹੁਣ ਇਹ ਨਵਾਂ ਸੈਟਅਪ ਆਉਣਾ ਸ਼ੁਰੂ। ਸੋ ਇਹਨਾਂ ਨੇ ਬੇਸਿਕਲੀ ਮੈਨੂਫੈਕਚਰਿੰਗ ਤੋਂ ਲੈ ਕੇ ਤੇ ਤੁਹਾਡੇ ਘਰ ਤਾਈਂ ਸਾਰਾ ਕੁਝ ਆਪਣੇ ਅੰਡਰ ਜਿਹੜਾ ਉਹ ਕਰ ਲਿਆ ਹੈ, ਵੀ ਕੋਈ ਉਹਦੇ ਵਿੱਚ ਉਹਨਾਂ ਨੂੰ ਬੰਦਾ ਜਿਹੜਾ ਇੱਕ ਹਿਸਾਬ ਦੇ ਨਾਲ ਨਹੀਂ ਚਾਹੀਦਾ, ਆਓ ਕੰਮ ਕਰੋ ਤੇ ਜਾਓ। ਜੀ ਹਾਂ, ਬਿਲਕੁਲ। ਹੁਣ ਦੇਖਣਾ ਇਹ ਚੀਜ਼ ਦੇਖੋ, ਇਹ ਜਿਹੜੀ ਆ ਓਨਰ ਆਪਰੇਟਰ ਦੇ ਉੱਤੇ ਬੜੀ ਵੱਡੀ ਮਾਰ ਪੈਣੀ ਆ, ਕਿਉਂਕਿ ਜਿਹੜਾ ਓਨਰ ਆਪਰੇਟਰ ਹੁਣ ਆਪਣਾ ਟਰੱਕ ਲੈ ਕੇ ਲੋਡ ਲਾਉਣ ਦੀ ਕੋਸ਼ਿਸ਼ ਕਰਦਾ ਆ, ਉਹਨੂੰ ਹੁਣ ਜੇ ਇਹ ਹੋ ਗਿਆ ਵੀ ਕੱਲ ਨੂੰ ਉਹਨਾਂ ਦੇ ਆਪਣੇ ਟਰੱਕ ਚੱਲ ਪਏ, ਉਹਨਾਂ ਦਾ ਆਪਣਾ ਹੀ ਸਾਰਾ ਕੁਝ ਹੋ ਗਿਆ, ਸੋ ਦੈਟ ਇਜ਼ ਗੋਇੰ ਟੂ ਇਫੈਕਟ ਅ ਬਿਗ ਟਾਈਮ ਔਨ ਓਨਰ ਆਪਰੇਟਰ, ਕਿ ਓਨਰ ਆਪਰੇਟਰ ਨੂੰ ਕਿਉਂ ਲੋਡ ਦਊਗਾ ਜੇ ਉਹਨਾਂ ਦੇ ਆਪਣੇ ਟਰੱਕ ਖੜੇ ਆ। ਜੀ, ਠੀਕ ਹੈ ਨਾ। ਸੋ ਇਹ ਜਿਹੜੀ ਆ ਇਟਸ ਇਨ ਪ੍ਰੋਸੈਸ ਰਾਈਟ ਨਾਓ। ਜੀ, ਤੇ ਆਓ ਆਪਾਂ ਵਾਰੀ ਸ਼ੁਰੂ ਅਗਲੇ ਕਾਲਰਸ ਲੈਣੇ। ਅਗਲੇ ਜਿਹੜੇ ਕਾਲਰ ਜੁੜੇ ਨੇ, ਇੰਦਰਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਇੰਦਰਜੀਤ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ ਦੋਵਾਂ ਮੇਰਾ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਦੱਸਣਾ ਸੀ, ਮੈਨੂੰ ਨਾ ਇੱਥੇ ਕਾਰਨਿੰਗ ਜੰਪ ਸਕੇਲ ਤੋਂ ਸਕੇਲ ਮਿਸ ਕਰਨ ਦੀ ਟਿਕਟ ਮਿਲੀ, ਮਿਸਡਮੀਨੀਅਰ ਮਿਲੀ ਸੀ। ਅੱਛਾ। ਤੇ 1 ਸਾਲ ਮੈਂ ਕੇਸ ਲੜਿਆ, ਮਿਸਡਮੀਨੀਅਰ ਤੈਨੂੰ ਹਟਾ ਦਿੱਤੀ, ਪਰ $2400 ਜੁਰਮਾਨਾ ਕੀਤਾ। ਇਹਨਾਂ ਦੱਸਣਾ ਤਾਂ ਜੀ, ਇਹ ਕੈਲੀਫੋਰਨੀਆ 'ਚ ਕਾਰਨਿੰਗ, ਰਾਈਟ?
ਜੀ ਬਿਲਕੁਲ ਜੀ, ਇਹ ਡੈਫੀਨੇਟਲੀ ਜਿਹੜੀ ਚੀਜ਼ ਹੈ ਇਹਨੂੰ ਸਕੇਲ ਮਿਸ ਨੂੰ ਬਹੁਤ ਧਿਆਨ ਦੇ ਨਾਲ ਲਓ, ਇਹਨੂੰ ਇਦਾਂ ਨਾ ਲਓ, ਲਾਈਟਲੀ ਨਾ ਲਓ। ਸੋ ਡੈਫੀਨੇਟਲੀ ਜਿੱਦਾਂ ਉਹਨਾਂ ਨੇ ਵੀ ਗੱਲ ਕੀਤੀ ਹੈਗੀ ਆ, ਪਹਿਲਾਂ ਔਲਖ ਹੋਣਾ ਦਾ ਵੀ ਆਇਆ ਸੀ, ਔਲਖ ਭਾਜੀ ਉਹਨਾਂ ਦਾ ਆਇਆ ਸੀਗਾ ਟੈਕਸਟ, ਉਹਨਾਂ ਨੇ ਬਾਅਦ ਵਿੱਚ ਹੋਰ ਵੀ ਟੈਕਸਟ ਕੀਤਾ ਕਿ ਇਹ ਟਿਕਟ ਮਿਲੀ ਆ ਔਰ ਮਿਸਡਿਮੀਨਰ ਦੀ ਟਿਕਟ ਮਿਲੀ ਆ, ਬੜੀ ਹੈਵੀ ਟਿਕਟ ਹੁੰਦੀ ਆ ਔਰ ਤੁਹਾਡੇ ਰੈਕਡ ਤੇ ਜਾਂਦੀ ਆ, ਕਾਫੀ ਇਹ ਮੈਟਰ ਕਰਦੀ ਆ। ਪਰ ਧਿਆਨ ਦਿਓ, ਧਿਆਨ ਨਾਲ ਚੱਲੋ। ਔਰ ਰਾਜਕਿਰਨ ਬੜੀਆਂ ਅੱਜ ਕੱਲ੍ਹ ਡੀਟੇਲ ਦੇ ਵਿੱਚ ਗੱਲਾਂ ਸਮਝ ਆ ਰਹੀਆਂ ਔਰ ਕਰਨੀਆਂ ਪੈ ਰਹੀਆਂ ਕਿ ਮੈਂ ਥੋੜ੍ਹੇ ਜਿਹੇ ਕਾਂਟਰੈਕਟਸ ਵਗੈਰਾ ਪੜ੍ਹਦਾ ਹੁੰਦਾ ਕਿ ਬ੍ਰੋਕਰ ਕਾਂਟਰੈਕਟ ਆ, ਕੈਰੀਅਰ ਕਾਂਟਰੈਕਟ ਆ, ਕਈ ਚੀਜ਼ਾਂ ਪੜ੍ਹੀ ਦੀਆਂ। ਸੋ ਉਹਨਾਂ ਦੇ ਵਿੱਚ ਹੁਣ ਇੱਕ ਚੀਜ਼ ਆ ਜਿਹਦੇ ਉੱਤੇ ਕਿ ਬਹੁਤ ਮਤਲਬ ਕਿ ਸੋਚਣ ਦੀ ਲੋੜ ਆ ਕਿ ਜਿਹੜਾ ਇੱਕ ਟਰੱਕਰ ਹੈਗਾ ਆ, ਉਹ ਟਰੱਕਰ ਜਦੋਂ ਲੋਡ ਕਰਦਾ ਆ ਤਾਂ ਉਹ ਆਪਣਾ ਬ੍ਰੋਕਰ ਪੈਕੇਜ ਸਾਈਨ ਕਰਦਾ ਆ। ਬ੍ਰੋਕਰ ਪੈਕੇਜ ਦੇ ਵਿੱਚ ਤੁਸੀਂ ਇਹ ਹਿਸਾਬ ਲਾਓ ਵੀ 5-7 ਪੇਜਾਂ ਦਾ ਹੁੰਦਾ, ਤੇ ਮੈਨੂੰ ਨਹੀਂ ਮੈਦ ਵੀ ਉਹਦੀ ਕੋਈ ਹੈਡਿੰਗ ਵੀ ਪੜ੍ਹਦਾ ਆ, ਠੀਕ ਆ। ਅਸੀਂ ਕੱਲ ਬ੍ਰੋਕਰ ਪੈਕੇਜ ਇੱਕ ਮਤਲਬ ਕਿ ਐਜ਼ ਫॉर ਦਾ ਇਨਫੋਰਮੇਸ਼ਨ ਚੈੱਕ ਕਰ ਰਹੇ ਸੀਗੇ, ਤੇ ਉਹਦੇ ਵਿੱਚ ਇੱਕ ਕਲੌਜ਼ ਆ ਕਿ ਬ੍ਰੋਕਰ ਜਿਹੜਾ ਉਹ ਹੱਕ ਰੱਖਦਾ ਆ ਕਿ ਉਹ ਲੋਡ ਡਿਲੀਵਰ ਹੋਣ ਤੋਂ 12 ਮਹੀਨੇ ਬਾਅਦ ਤੱਕ ਤੁਹਾਡੇ ਤੇ ਕਲੇਮ ਫਾਈਲ ਕਰ ਸਕਦਾ, ਠੀਕ ਹੈ। ਸੋ ਇਹ ਚੀਜ਼ ਜਿਹੜੀ ਆ, ਇਹ ਮੇਰੇ ਖਿਆਲ ਦੇ ਵਿੱਚ ਜਿਹੜੀ ਗੁੱਡ ਹੈਲਥੀ ਟਾਕ ਹੈ ਨਾ ਸਾਡੀ ਕਮਿਊਨਿਟੀ 'ਚ, ਉਹ ਇਹ ਕਰਨੀ ਚਾਹੀਦੀ ਆ ਔਰ ਟਰੱਕਿੰਗ ਕਮਿਊਨਿਟੀ ਦੇ 'ਚ ਇਹ ਕਰਨੀ ਚਾਹੀਦੀ ਆ ਕਿ ਇਹੋ ਜਿਹੇ ਜਿਹੜੇ ਕਲੌਜ਼ ਹੈਗੇ ਆ। ਹੁਣ ਦੇਖੋ ਨਾ, ਜਿਹੜਾ ਟਰੱਕਰ ਨੂੰ ਇੱਕ ਹਾਇਰ ਕੀਤਾ ਗਿਆ ਆ ਕਿ ਲੋਡ ਇੱਕ ਥਾਂ ਤੋਂ ਪੁਆਇੰਟ A ਤੋਂ ਪੁਆਇੰਟ B ਲੈਣਾ ਔਰ ਉਹਨੂੰ ਸਹੀ ਸਲਾਮਤ ਪਹੁੰਚਾਉਣਾ, ਠੀਕ ਆ। ਹੁਣ ਉਹ ਪੁਆਇੰਟ A ਤੋਂ ਪੁਆਇੰਟ B ਸਹੀ ਸਲਾਮਤ ਪਹੁੰਚ ਗਿਆ, ਉਹਨੇ ਸਾਈਨ ਕਲੀਅਰ ਉਹਨਾਂ ਨੇ ਕਰਤਾ, ਉਹਨਾਂ ਨੇ ਲੋਡ ਲਾ ਲਿਆ, ਉਹਨਾਂ ਨੇ ਕਲੀਅਰ ਕਰਤਾ। ਹੁਣ ਉਸ ਤੋਂ ਬਾਅਦ ਉਸ ਲੋਡ ਦੇ ਨਾਲ ਕੀ ਹੁੰਦਾ ਹੈ, ਦੈਟ ਹੈਜ਼ ਨਥਿੰਗ ਟੂ ਡੂ ਵਿਦ ਦਾ ਕੈਰੀਅਰ, ਠੀਕ ਹੈ ਨਾ। ਜੇ ਉਹ ਲੋਡ ਐਕਸੈਪਟ ਕਰ ਲਿਆ, ਜੇ ਉਹ ਲੋਡ ਉਹਨਾਂ ਨੇ ਲੈ ਲਿਆ, ਉਹ ਲੋਡ ਨੂੰ ਬਾਅਦ ਦੇ ਵਿੱਚ ਹੁਣ 3 ਮਹੀਨੇ ਬਾਅਦ ਮੰਨ ਲਓ ਉਹਨਾਂ ਦਾ ਲੋਡ ਉਹ ਕਿਸੇ ਰੀਜ਼ਨ ਕਰਕੇ ਖਰਾਬ ਹੋ ਜਾਂਦਾ, ਦੇਰ ਇਜ਼ ਅ ਚਾਂਸ ਕਿ ਉਹ ਕੈਰੀਅਰ ਦੇ ਪਿੱਛੇ ਪੈ ਜਾਊਗਾ, ਠੀਕ ਹੈ ਨਾ। ਸੋ ਇਹ ਚੀਜ਼ ਅਸੀਂ ਦੇਖੀ ਕਿ ਉਹਦੇ ਵਿੱਚ ਜਿਹੜਾ ਬ੍ਰੋਕਰ ਹੈਗਾ ਉਹ ਇਹ ਰਾਈਟ ਰੱਖਦਾ ਕਿ ਮੈਂ 12 ਮਹੀਨੇ ਤੱਕ ਮੈਂ ਗੋ ਬੈਕ ਐਂਡ ਕਲੇਮ, ਔਰ ਇਹ ਕਈ ਕੇਸ ਹੋਏ ਆ ਰਾਜਨ, ਇੱਕ ਨਹੀਂ ਬਹੁਤ ਕੇਸਾਂ ਦੀ ਕਾਲ ਆਉਂਦੀ ਆ ਜਿਹਦੇ ਵਿੱਚ ਕਿ 2-3-4 ਮਹੀਨੇ ਬਾਅਦ ਉਹਨਾਂ ਨੇ ਕਿ ਆਪਣਾ ਫਾਈਲ ਕਰਤਾ ਕਲੇਮ, ਔਰ ਇਹਦੇ ਵਿੱਚ ਇੱਕ ਥੱਲੇ ਹੋਰ ਨਾਲ ਕਲੌਜ਼ ਹੁੰਦਾ ਜਿਹਦੇ ਵਿੱਚ ਕਿ ਉਹਨਾਂ ਨੇ ਇਹ ਲਿਖਿਆ ਕਿ ਜਿੰਨੇ ਵੀ ਪੈਸੇ ਉਦੋਂ ਉਹ ਕਰਦੇ ਆ ਕੈਰੀਅਰ ਨੂੰ, ਉਹ ਸਾਰੇ ਹੋਲਡ ਕਰ ਸਕਦੇ ਆ। ਜੀ ਜੀ। ਸੋ ਮੰਨ ਲਓ ਕਿ ਉਹਨਾਂ ਨੇ 10 ਲੋਡ ਕੀਤੇ ਉਸ ਕੈਰੀਅਰ ਨੇ, ਉਹ 10 ਲੋਡਾਂ ਦੇ ਪੈਸੇ ਹੋਲਡ ਕਰ ਲੈਂਦੇ ਆ ਜਿੰਨੀ ਦੇਰ ਤੱਕ ਉਹ ਕਲੇਮ ਸੈਟਲ ਨਹੀਂ ਹੁੰਦਾ। ਜੇ ਉਹ ਕਲੇਮ ਜਿਹੜਾ ਆ ਉਹ 60-70 ਹਜ਼ਾਰ ਦਾ, 80 ਹਜ਼ਾਰ ਦਾ, $1,00,000 ਦਾ ਕਲੇਮ ਬਣ ਜਾਂਦਾ, ਤੇ ਇਹਦਾ ਮਤਲਬ ਕਿ ਜਿੰਨੇ ਉਹਨੇ 10 ਲੋਡ ਕੈਰੀਅਰ ਨੇ ਕੀਤੇ ਉਹ ਸਾਰੇ ਉਹ 'ਚ ਚਲੇ ਗਏ, ਸੋ ਖਤਮ ਜੀ। ਸੋ ਇਹ ਚੀਜ਼ ਜਿਹੜੀ ਆ ਬਹੁਤ ਜ਼ਿਆਦਾ ਹੋ ਰਹੀ ਆ। ਜੀ ਜੀ ਬਿਲਕੁਲ। ਤੇ ਅਗਲੇ ਜਿਹੜੇ ਕਾਲਰਸ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ, ਹੈਰੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਜੀ ਗੱਲ ਕਰਨੀ ਚਾਹੁੰਦਾ ਵੀ ਆਪਣੀ ਕਮਿਊਨਿਟੀ 'ਚ ਥੋੜ੍ਹਾ ਜਿਹਾ ਚੱਕਰ ਇਹ ਆ ਵੀ ਆਪਾਂ ਘੱਟ ਟਰੱਕਾਂ ਨਾਲ ਵੀ ਵੱਧ ਪੈਸੇ ਕਮਾ ਸਕਦੇ, ਪਰ ਆਪਣੇ 'ਚ ਇਹ ਦੌੜ ਜੇ ਲੱਗੀ, ਆਪਾਂ ਇੱਕ ਦੂਜੇ ਨੂੰ ਦਿਖਾਉਣਾ ਹੁੰਦਾ ਆ ਵੀ ਮੇਰੇ ਕੋਲ ਇੰਨੇ ਟਰੱਕ ਹੈ, ਮੇਰੇ ਕੋਲ ਇੰਨੇ। ਨੰਬਰ 2, ਕੱਲ੍ਹ ਮੈਂ ਆਪਣੇ ਫਰੈਂਡ ਦੇ ਨਾ ਉਹਦੇ ਡਰਾਈਵਰ ਨਵਾਂ ਰੱਖਣਾ ਸੀ, ਉਹਨੂੰ ਰਾਈਡ ਜਦੋਂ ਰਾਈਡ ਦਿੱਤੀ ਤੇ ਸੇਮ ਯਾਰਡ ਆ ਕੇ ਜਦੋਂ ਯਾਰਡ ਦੇ ਵਿੱਚ ਡਰਾਈਵਰ ਨੂੰ ਡਰੋਪ ਕੀਤਾ ਤੇ ਉਹਦਾ ਪਹਿਲਾਂ ਇੱਕ ਟਰੱਕ ਖੜਾ ਸੀ ਲੋਡਡ, ਉਹਨੇ ਇੱਦਾਂ ਹੀ ਉਹਨੂੰ ਚੜ੍ਹਾ ਦਿੱਤਾ। ਤੇ ਮੈਂ ਆਪਣੇ ਫਰੈਂਡ ਨੂੰ ਪੁੱਛਿਆ ਯਾਰ ਇਹਦਾ ਡਰੱਗ ਟੈਸਟ ਨਹੀਂ ਕਰਾਉਣਾ, ਕਹਿੰਦਾ ਯਾਰ ਕੋਈ ਨਹੀਂ ਅਗਲੇ ਗੇੜੇ ਕਰਾਵਾਂ। ਆਹ ਹਾਲ ਹੈ। ਇਹ ਤਾਂ ਬਹੁਤ ਨੋਰਮਲ ਗੱਲ ਹੈ ਜੀ, ਇਹ ਤਾਂ ਬਹੁਤ ਨੋਰਮਲ ਗੱਲ ਆ। ਪਰ ਇਹ ਮਾੜੀ ਗੱਲ ਆਮ ਗੱਲ ਹੁੰਦੀ ਆ। ਐਪਲੀਕੇਸ਼ਨ ਨਹੀਂ ਕੰਪਲੀਟ ਹੁੰਦੀ, ਉਹਦਾ ਡਿਊ ਪ੍ਰੋਸੈਸ ਨਹੀਂ ਹੁੰਦਾ, ਬੈਕਗਰਾਊਂਡ ਚੈੱਕ ਨਹੀਂ ਹੁੰਦਾ, ਉਹਦੀਆਂ ਪਿਛਲੀਆਂ ਜੌਬਾਂ ਦੇ ਕਾਲ ਕਰਕੇ ਨਹੀਂ ਦੇਖਿਆ ਜਾਂਦਾ, ਡਰੱਗ ਟੈਸਟ ਨਹੀਂ ਕਰਾਇਆ ਜਾਂਦਾ, ਕੀ ਦੱਸੀਏ। ਇਹ ਤਾਂ ਨਾਰਮਲ ਕੰਮ ਹੋਇਆ ਪਿਆ। ਮਤਲਬ ਲੋਡ ਲੱਦਿਆ ਖੜਾ ਟਰੱਕ ਆ, ਫਟਾਫਟ ਆ ਆਪਣਾ ਚੱਕ ਝੋਲਾ ਰੱਖ ਤੇ ਚੱਕਾ ਚਾਬੀਆਂ ਭੱਜ ਆ। ਇਹ ਨਾਰਮਲ ਪ੍ਰੋਸੈਸ ਆ ਸਾਡੀ ਕਮਿਊਨਿਟੀ ਦਾ, ਔਰ ਅਸੀਂ ਇਹ ਆਮ ਤੌਰ ਤੇ ਮੈਂ ਤੁਹਾਨੂੰ ਲਿਖਤੀ ਰੂਪ 'ਚ ਦਿੰਦਾ 90% ਕੰਪਨੀਆਂ ਇਹ ਕੰਮ ਕਰਦੀਆਂ। ਜੀ ਬਹੁਤ ਮਾੜੀ ਗੱਲ ਹੈ। ਇਹ ਸਿਚੁਏਸ਼ਨ ਚੰਗੀ ਨਹੀਂ ਹੈ। ਹਾਇਰਿੰਗ ਪ੍ਰੈਕਟਿਸਿਸ ਨੂੰ ਲੈ ਕੇ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਵੀ ਉਸ ਨੂੰ ਜੇ ਸੁਧਾਰਾਂਗੇ ਨਹੀਂ ਤਾਂ ਫਿਰ ਉਨੀ ਦੇਰ ਤੱਕ ਇੰਡਸਟਰੀ ਨੇ ਓਵਰਆਲ ਸੁਧਰਨਾ ਨਹੀਂ, ਅਤੇ ਫਿਰ ਨਾਮ ਜਿਹੜਾ ਬਦਨਾਮ ਆ ਉਹ ਇੱਦਾਂ ਹੀ ਹੁੰਦਾ ਰਹਿਣਾ ਹੈਗਾ ਆ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਦਿਲਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਦਿਲਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਇੱਕ ਜਾਣਕਾਰੀ ਦੇਣੀ ਚਾਹੁੰਦਾ ਸੀਗਾ ਜੀ, ਆਪਣੇ ਸਮੂਹ ਟਰੱਕ ਵੀਰਾਂ ਵੱਲੋਂ ਸੰਤ ਆਸ਼ਰਮ ਫਰੀਜ਼ਨੋ ਵਿਖੇ ਨਾ ਸਰਬੱਤ ਦੇ ਭਲੇ ਲਈ ਅਖੰਡ ਪਾਠ ਕਰਵਾਇਆ ਜਾ ਰਿਹਾ ਕੱਲ੍ਹ ਤੋਂ।
ਤੇ ਜਿਹਦੇ ਸੰਡੇ ਨੂੰ ਭੋਗ ਪੈਣਗੇ ਜੀ। ਤੇ ਬੇਨਤੀ ਕਰੂੰਗਾ ਜਿਹੜੀਆਂ ਇਦਾਂ ਦੀਆਂ ਅਨਾਉਂਸਮੈਂਟਸ ਹੁੰਦੀਆਂ ਤੁਸੀਂ ਪਲੀਜ਼ ਕਿਰਪਾ ਕਰਕੇ ਨਾ ਦੂਜੇ ਪ੍ਰੋਗਰਾਮਸ ਦੇ ਦੌਰਾਨ ਜਿਹੜਾ ਦੱਸਿਆ ਕਰੋ। ਚਲੋ ਚੰਗੀ ਗੱਲ ਆ ਤੁਸੀਂ ਜਿਹੜਾ ਕਰਾ ਰਹੇ ਆ, ਬਾਕੀ ਜਿੱਦਾਂ ਗੁਰਦੁਆਰਿਆਂ ਦੀਆਂ ਜਿਹੜੀਆਂ ਅਨਾਉਂਸਮੈਂਟਸ ਜਦੋਂ ਚੱਲਦੀਆਂ ਹੁੰਦੀਆਂ ਤੁਸੀਂ ਲਿਖਵਾ ਦਿਆ ਕਰੋ ਤਾਂ ਜੋ ਫਿਰ ਉਸ ਹਿਸਾਬ ਦੇ ਨਾਲ ਆਪਾਂ ਉਸ ਸਮੇਂ ਦੇ ਨਾਲ ਅਨਾਉਂਸ ਜਿਹੜਾ ਉਹ ਆਪਾਂ ਕਰ ਸਕੀਏ। ਤੇ ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਪ੍ਰਿਤ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੀ ਇੱਕ ਗੱਲ ਕਲੈਰੀਫਾਈ ਕਰਨਾ ਚਾਹੁੰਦਾ ਸੀਗਾ। ਸ਼ੁਰੂ ਦੇ ਵਿੱਚ ਚੱਲੀ ਸੀ ਵੀ 40 ਫੁੱਟ ਤੋਂ ਕਾਹਤੇ ਨਹੀਂ ਆਪਾਂ ਪਿੱਛੇ ਜਾ ਸਕਦੇ ਕੈਲੀਫੋਰਨੀਆ ਦੇ ਵਿੱਚ। ਇਹ ਕੈਲੀਫੋਰਨੀਆ ਦਾ ਬ੍ਰਿਜ ਲਾ ਹੋਇਆ ਇਹ ਬ੍ਰਿਜਾਂ ਨੂੰ ਪ੍ਰੋਟੈਕਟ ਕਰਨ ਲਈ, ਕਿਉਂਕਿ ਜਦੋਂ ਜਿਹੜਾ ਡਿਸਟਰੀਬਿਊਟ ਹੋਵੇ ਬਈ ਜਿਹੜੇ ਥੰਮਲਿਆਂ ਦੇ ਥੱਲੇ ਤੇ ਪੂਰਾ ਡਿਸਟਰੀਬਿਊਟ ਹੋਵੇ ਵੀ ਬ੍ਰਿਜ ਡੈਮੇਜ ਨਾ ਹੋਣ ਕੈਲੀਫੋਰਨੀਆ ਦੇ, ਇਸ ਕਰਕੇ ਆ ਇਹ ਆਪਾਂ ਪਿੱਛੇ ਨਹੀਂ ਜਾ ਸਕਦੇ 40 ਫੁੱਟ ਦੇ ਉੱਤੇ। ਠੀਕ ਹੈ ਜੀ। ਜੀ ਥੈਂਕ ਯੂ ਜੀ। ਥੈਂਕ ਯੂ ਜੀ। ਥੈਂਕ ਯੂ ਵੀਰ ਜੀ ਇਨਫੋਰਮੇਸ਼ਨ ਦੇ ਲਈ, ਬੜੀ ਮਿਹਰਬਾਨੀ ਜੀ। ਤੇ ਇੱਕ ਇੱਥੇ ਆਪਾਂ ਬ੍ਰੇਕ ਵੀ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜਾ ਜੀ ਉਹ ਹਾਜ਼ਰ ਹੁੰਦੇ ਆ ਤੇ ਇੱਦਾਂ ਹੀ ਜਿਹੜਾ ਪ੍ਰੋਗਰਾਮ ਉਹ ਚੱਲਦਾ ਰਹੇਗਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਫ੍ਰੈਸਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ 999 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ ਨੌਨ ਵੈਜ ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ ਫ੍ਰੈਸਨੋ 6735 ਨਾਰਥ ਫਰਸਟ ਸਟਰੀਟ ਫ੍ਰੈਸਨੋ। ਹੋਰ ਜਾਣਕਾਰੀ ਦੀ ਕਾਲ ਸੋਢੀ 5597619641 559 761 9641। ਗਿੱਲ ਇਮੀਗ੍ਰੇਸ਼ਨ ਕੰਸਲਟੈਂਟਸ, ਇਹਨਾਂ ਤੋਂ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀ-ਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀਜ਼ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559 412 2876। एड्रेस 4709 अल कैपिटान स्यूट 103 फ्रेस्नो और विजिट fresnoimmigration.com। ਸਟਾਕਟਨ ਟ੍ਰੇਸੀ ਤੋਂ ਬੇਕਰਸਫੀਲਡ ਦੇ ਏਰੀਆ ਦੇ ਵਿੱਚ ਜੇਕਰ ਤੁਹਾਨੂੰ ਜ਼ਰੂਰਤ ਹੈ ਨਵੇਂ ਘਰ ਖਰੀਦਣ ਜਾਂ ਫਿਰ ਵੇਚਣ ਦੀ ਜਾਂ ਫਿਰ ਲੈਣਾ ਚਾਹੁੰਦੇ ਹੋ ਕੋਈ ਵੀ ਕਮਰਸ਼ੀਅਲ ਪ੍ਰਾਪਰਟੀ ਜਾਂ ਫਿਰ ਫਾਰਮ, ਤਾਂ ਗੱਲ ਕਰ ਸਕਦੇ ਹੋ ਸੁਖਜਿੰਦਰ ਸਿੰਘ ਮੋਹਾਰ BBN ਰੀਅਲ ਏਸਟੇਟ ਵਾਲਿਆਂ ਨਾਲ, ਜੋ ਕਿ ਮਾਹਿਰ ਹਨ ਪ੍ਰਾਪਰਟੀ ਖਰੀਦਣ ਅਤੇ ਵੇਚਣ ਦੇ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 559 709 3800 559 709 3800। ਸੁਖਜਿੰਦਰ ਸਿੰਘ ਮੋਹਾਰ BBN ਰੀਅਲ ਏਸਟੇਟ ਵਾਲੇ, ਲਾਇਸੈਂਸ ਨੰਬਰ 010295881। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਇਸ ਸਾਲ ਕਰੋਨਾ ਵਾਇਰਸ ਦੇ ਕਰਕੇ 15,000 ਤੋਂ ਵੱਧ ਕੈਲੀਫੋਰਨੀਆ ਦੇ ਨਿਵਾਸੀ ਮਰ ਚੁੱਕੇ ਹਨ। ਇਨ੍ਹਾਂ ਵਿੱਚ ਮਾਂ-ਪਿਓ, ਭੈਣ-ਭਰਾ, ਦਾਦਾ-ਦਾਦੀ, ਨਾਨਾ-ਨਾਨੀ, ਰਿਸ਼ਤੇਦਾਰ ਅਤੇ ਬੱਚੇ ਸਨ ਜਿਨ੍ਹਾਂ ਦੀ ਜਾਨ ਗਈ ਹੈ। ਅਫਸੋਸ, ਹਰ ਰੋਜ਼ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ, ਪਰ ਤੁਸੀਂ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹੋ। ਜਦ ਵੀ ਮੌਕਾ ਹੋਵੇ 6 ਫੁੱਟ ਦੂਰ ਰਹੋ, ਵੱਧ ਤੋਂ ਵੱਧ ਹੱਥ ਧੋਵੋ ਤੇ ਹਮੇਸ਼ਾ ਮਾਸਕ ਪਾ ਕੇ ਰੱਖੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਕਿਸੇ ਦੀ ਜਾਨ ਬਚਾ ਸਕਦੇ ਹੋ। ਕੈਲੀਫੋਰਨੀਆ ਵਾਲਿਓ, ਆਓ ਸਾਰੇ ਮਾਸਕ ਪਾਈਏ। ਇਹ ਸੰਦੇਸ਼ ਦਾ ਕੈਲੀਫੋਰਨੀਆ ਐਂਡਾਊਮੈਂਟ ਵੱਲੋਂ ਜਾਰੀ ਕੀਤਾ ਗਿਆ ਹੈ। ਜਿਹੜਾ ਮਾਸਕ ਮੈਂ ਪਹਿਨਦਾ ਹਾਂ ਇਹ ਦੱਸਦਾ ਹੈ ਕਿ ਮੈਂ ਤੁਹਾਡੀ ਅਤੇ ਆਪਣੀ ਸਿਹਤ ਬਾਰੇ ਧਿਆਨ ਰੱਖਦਾ ਹਾਂ। ਇਹ ਮਾਸਕ ਤੁਹਾਡੀ ਸੁਰੱਖਿਆ ਲਈ ਹੈ। ਮੇਰਾ ਮਾਸਕ ਮੈਨੂੰ ਸੀਮਤ ਨਹੀਂ ਕਰਦਾ ਬਲਕਿ ਬਚਾਉਂਦਾ ਹੈ। ਮੇਰਾ ਮਾਸਕ ਡਰਾਉਣਾ ਨਹੀਂ, ਸਭ ਲਈ ਰਹਿਮਦਿਲੀ ਦਰਸਾਉਂਦਾ ਹੈ। ਮੇਰਾ ਮਾਸਕ ਅੱਗੇ ਵਧਣ ਵਿੱਚ ਸਹਿਯੋਗ ਕਰਦਾ ਹੈ। ਜਿਹੜਾ ਮਾਸਕ ਮੈਂ ਪਹਿਨਦਾ ਹਾਂ ਇਹ ਮੇਰੇ ਤੇ ਤੁਹਾਡੇ ਵਾਸਤੇ ਹੈ। ਕੈਲੀਫੋਰਨੀਆ ਵਾਲਿਓ, ਆਓ ਸਾਰੇ ਮਾਸਕ ਪਾਈਏ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕੀਏ। ਇਹ ਸੰਦੇਸ਼ ਤੇ ਕੈਲੀਫੋਰਨੀਆ ਐਂਡਾਊਮੈਂਟ ਦੁਆਰਾ ਜਾਰੀ ਕੀਤਾ ਗਿਆ ਹੈ। ਘਰ ਜਾਂ ਬਿਜ਼ਨਸ ਵੇਚਣਾ ਹੋਵੇ
ਘਰ ਵੇਖਣਾ ਹੋਵੇ ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ estate ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ estate ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197. All loans are subject to credit and underwriting approval. ਕੈਨੇਡਾ ਦੇ ਸਭ ਤੋਂ ਵੱਡੇ ਯੂਜ਼ਡ ਟਰੱਕ ਸੇਲਸ ਡੀਲਰ ਪ੍ਰਾਈਡ ਟਰੱਕ ਸੇਲਸ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KCVR 1570 AM, Stockton, Modesto, KOBO, Yuba City, 1450 AM, KIID, Sacramento, 1470 AM, KWRU, Fresno, 1300 AM, KLHC, Bakersfield, 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ ਸਵੇਰ ਦਾ। ਇਹ ਪ੍ਰੋਗਰਾਮ ਟਰੱਕਿੰਗ ਦੇ ਬਾਰੇ ਜਿਹੜੀ ਆਪਣੀ ਗੱਲਬਾਤ ਚੱਲ ਰਹੀ ਹੈ। ਰਮਨ ਸਿੰਘ ਢਿੱਲੋਂ ਜੀ ਆਪਣੇ ਨਾਲ ਜੁੜੇ ਨੇ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਜੀ ਇੱਕ ਆਫ ਈਅਰ ਆਪਾਂ ਨੂੰ ਡਿਊਰਿੰਗ ਬ੍ਰੇਕ ਕਾਲ ਆਈ ਸੀ ਇੱਕ ਵੀਰ ਦੀ, ਕਹਿੰਦੇ ਸਾਊਥ ਡਕੋਟਾ ਦੇ ਵਿੱਚ ਉਹਨਾਂ ਨੇ ਵੀ ਸਕੇਲ ਇੱਦਾਂ ਹੀ ਇੱਕ ਵਾਰੀ ਮਿਸ ਕੀਤਾ ਸੀ 10 ਸਾਲ ਪਹਿਲਾਂ, ਅਤੇ ਉਦੋਂ ਫਿਰ ਪਿੱਛੇ ਜਿਹੜਾ ਵੀ ਉਹ ਹਾਈਵੇ ਪੈਟਰੋਲ ਵਾਲੇ ਸੀ ਉਹਨਾਂ ਨੇ ਉਹਨਾਂ ਨੂੰ ਰੋਕਿਆ ਅਤੇ ਉਦੋਂ $300-400 ਦੀ ਟਿਕਟ ਜਿਹੜੀ ਉਹਨਾਂ ਨੂੰ ਉਦੋਂ ਦਿੱਤੀ ਸੀਗੀ। ਸੋ ਇਨ ਦੀ ਐਂਡ ਬਾਟਮ ਲਾਈਨ ਇਹੀ ਆ ਵੀ ਜੇ ਸਕੇਲ ਓਪਨ ਆ ਤਾਂ ਤੁਸੀਂ ਉਹਦੇ ਵਿੱਚੋਂ ਦੀ ਲੰਘ ਕੇ ਜਿਹੜਾ ਉਹ ਜਾਣਾ ਹੈਗਾ ਆ। ਅਤੇ ਆਪਣੇ ਨਾਲ ਜੁੜੇ ਨੇ ਇਸ ਟਾਈਮ ਰਮਨ ਜੀ ਅਗਲੇ ਕਾਲਰ ਸਨੀ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਜਿਹੜੀ ਮੈਂ ਨਾ ਵਿੱਚ ਥੋੜਾ ਮਿਸ ਕਰਤਾ, ਪਰ ਪਹਿਲਾਂ ਇੱਕ ਬਾਈ ਦੀ ਕਾਲ ਆਈ ਸੀਗੀ ਜਿਹੜੇ ਆਪਣੇ ਦੱਸਦੇ ਸੀਗੇ ਵੀ ਇੰਨੇ ਲੋਡ ਬੁੱਕ ਕਰ ਲੈਂਦੇ ਆ। ਮੈਂ ਜੀ ਬਾਈ ਜੀ ਇਹ ਸੱਚ ਆ, ਜੋ ਆਪਣੀ ਕਮਿਊਨਿਟੀ ਤੇ ਮੈਕਸੀਕਨ ਕਮਿਊਨਿਟੀ ਨੇ ਜਿੰਨਾ ਟਰੱਕਿੰਗ ਦਾ ਜਲੂਸ ਕੱਢਿਆ ਨਾ ਕਿਸੇ ਨੇ ਨਹੀਂ ਕੱਢਿਆ। ਮੈਂ ਹੁਣ ਇੱਥੋਂ ਤੁਹਾਡੇ ਨਾਲ ਗੱਲ ਵੀ ਹੋਈ ਸੀ ਰਮਨ ਬਾਈ ਆਪਣੇ ਨਾਲ ਵੀ, ਮੈਂ ਹੁਣ ਚਲੋ ਟਰਾਈ ਕਰਦਾ ਸੀਗਾ ਵੀ ਕੈਲੀਫੋਰਨੀਆ 'ਚ ਕੰਮ ਕਰ ਲਈਏ। ਲੋਕ ਜੀ ਫਰੈਜ਼ਨੋ ਤੋਂ ਇੰਨੀਆਂ ਹਿੱਲਾਂ ਚਾੜ ਕੇ 500 ਨੂੰ ਲੋਡ ਚੱਕ ਕੇ ਜਾਈ ਜਾਂਦੇ, ਜਦ ਕਿ ਡਰਾਈਵਰਾਂ ਨੂੰ $300 ਤਾਂ ਉਹ ਕੰਪਨੀਆਂ ਡਰਾਈਵਰ ਨੂੰ ਦਿੰਦੀਆਂ ਨੇ ਵੀ ਐਲੇ ਦਾ ਗੇੜੇ ਦਾ, ਤੇ ਫਿਰ ਜੇ ਆਪ ਹੀ 500 ਦਾ ਓਨਰ ਆਪਰੇਟਰ ਚੱਕ ਜਾਈ ਜਾਂਦੇ ਆ ਤੇ ਦੇਖ ਲਓ ਕਿੱਥੇ ਜਾਊਗੀ। ਤੇ ਦੂਜੀ ਗੱਲ ਬਾਈ ਜੀ, ਉਹ ਜਿਹੜੀ ਆਪਾਂ ਕੀਤੀ ਸੀਗੀ ਸਪੀਡ ਲਿਮਿਟ ਦੀ, ਤੇ ਤੁਸੀਂ ਕਿਹਾ ਸੀ ਲੋਕ ਆਹ ਕਰਦੇ ਨਹੀਂ ਹੈਗੇ, ਮੈਂਬਰਸ਼ਿਪ ਨਹੀਂ ਲੈਂਦੇ, ਤੇ ਮੈਂ ਉਹੀ ਗੱਲ ਕਹਿਣੀ ਸੀਗੀ ਵੀ ਕਦੇ ਬਾਈ ਜੀ ਗੁੱਸਾ ਨਾ ਕਰੋ, ਮੈਨੂੰ ਲੱਗਦਾ ਨਾ ਤੁਸੀਂ ਇੱਥੇ ਟਾਈਮ ਖਰਾਬ ਕਰ ਰਹੇ ਹੋ। ਆਪਾਂ ਸਾਰੇ ਜਿਹੜੇ ਪੰਜਾਬੀ ਰੇਡੀਓ ਵਾਲੇ ਵੀ ਟਰੱਕਿੰਗ ਵਾਲਿਆਂ ਨੂੰ ਇਹਨਾਂ ਨੂੰ ਇਨਫੋਰਮੇਸ਼ਨ ਦੇ ਕੇ, ਆਪਣੇ ਬੰਦੇ ਕਈ ਮੈਨੂੰ ਬਹੁਤ ਕਹਿੰਦੇ ਨੇ ਵੀ ਇਹ ਬਾਹਲਾ ਬੋਲਦਾ, ਪਰ ਮੈਂ ਸਹੀ ਗੱਲ ਦੱਸਦਾ, ਆਪਣੇ ਕੋਲ ਵੱਡੇ ਘਰ ਲੈਣ ਨੂੰ ਹੈਗੇ ਨੇ, ਰੇਂਜ ਰੋਵਰ ਗੱਡੀਆਂ ਲੈਣ ਨੂੰ ਹੈਗੀਆਂ ਨੇ, ਤੇ ਟਰੱਕਿੰਗ ਦੀ ਸਾਨੂੰ ਇਨਫੋਰਮੇਸ਼ਨ ਚਾਹੀਦੀ ਹੈ। ਪਰ ਜੇ $10 ਦੀ ਆਹ ਇੱਕ ਪੀਜ਼ਾ ਵੀ ਨਹੀਂ ਆਉਂਦਾ $10 ਦਾ, ਤਾਂ ਜੇ ਉਹਦੀ ਮੈਂਬਰਸ਼ਿਪ ਲੈ ਕੇ ਆਪਣਾ, ਜਿਵੇਂ ਹੁਣ ਕੱਲ ਨੂੰ ਮੰਨ ਲਓ ਨੈਫਟ ਵਾਲੇ ਪਟੀਸ਼ਨ ਫਾਈਲ ਕਰਦੇ ਆ, ਸਪੀਡ ਲਿਮਿਟ ਵੱਧਦੀ ਆ, ਉਹ ਫਾਇਦਾ ਸਾਰਿਆਂ ਦਾ ਹੀ ਹੋਣਾ ਨਹੀਂ। ਪਰ ਗੱਲ ਇਹ ਆ ਵੀ ਸਾਡੇ ਕੋਲ ਅਸੀਂ ਆਪਦੇ ਆਪ ਨੂੰ ਬਿਜ਼ੀ ਇਹਨਾਂ ਕਹਿ ਦਿੰਦੇ ਆ ਵੀ ਹੈ ਨੀ ਗਾ ਟਰੱਕਿੰਗ ਲਈ, ਬਸ ਸਾਡੇ ਲਈ ਕੋਈ ਹੋਰ ਕਰਕੇ ਦੇ ਦੇਵੇ, ਰਮਨ ਬਾਈ ਜੀ ਕਰ ਦੇਣ, ਰਾਜ ਕਰਨਵੀਰ ਬਾਈ ਤੇ ਆਹ ਹਰਜੋਤ ਸਿੰਘ ਖਾਲਸਾ ਉਹਨੇ ਆ ਕੇ ਬਸ ਸਾਨੂੰ ਫਰੀ 'ਚ ਇਨਫੋਰਮੇਸ਼ਨ ਦੇ ਕੇ ਚਲੇ ਜਾਣ, ਸਾਨੂੰ ਨਾ ਕੁਛ ਵਿੱਚ ਪਾਉਣਾ ਪਵੇ। ਗੱਲ ਇਹ ਆ, ਮੈਂ ਤਾਂ ਇੰਨਾ ਹੀ ਨਹੀਂ ਬਿਲਕੁਲ ਸਨੀ ਭਾਈ, ਮੈਂ ਤਾਂ ਇਸ ਚੀਜ਼ ਤੇ ਵੀ ਗੱਲ ਕਰਦਾ ਕਿ ਮੈਨੂੰ ਹੁਣ ਕਈ ਵਾਰੀ ਮੈਂਬਰਸ਼ਿਪ ਦੀ ਕਾਲ ਆਉਂਦੀ ਹੈ ਕਿ ਓਕੇ ਮੈਂਬਰਸ਼ਿਪ ਹੈ, ਸਿੰਗਲ ਓਨਰ ਆਪਰੇਟਰ ਦੀ ਮੈਂਬਰਸ਼ਿਪ ਹੈਗੀ ਹੈ, $10 ਮਹੀਨੇ ਦੇ ਆ, $120 ਸਾਲ ਦੇ ਆ। ਅੱਛਾ, ਉਹਦੇ ਵਿੱਚ ਪੁੱਛਿਆ ਜਾਂਦਾ ਕਿ ਓਕੇ ਉਹਦਾ ਕੀ ਮੈਨੂੰ ਬੈਨੀਫਿਟ ਕੀ ਹੈ। ਚਲੋ ਜੀ, ਫਿਊਲ ਦਾ ਤੁਹਾਨੂੰ ਬੈਨੀਫਿਟ ਹੈ ਆਲਮੋਸਟ ਲਾਈਕ ਮਿਨੀਮਮ $800 ਤੋਂ ਲੈ ਕੇ $1200 ਤੱਕ ਮਹੀਨੇ ਦਾ ਤੁਹਾਨੂੰ ਫਿਊਲ ਦਾ ਬਚਦਾ, ਠੀਕ ਹੈ ਜੀ। ਉਸ ਤੋਂ ਬਾਅਦ ਤੁਹਾਨੂੰ ਟਾਇਰਾਂ ਦੇ ਉੱਤੇ ਤੁਹਾਨੂੰ ਹੁੰਦਾ ਹੈ ਡਿਸਕਾਊਂਟ ਹੁੰਦਾ ਹੈ। ਉਸ ਤੋਂ ਬਾਅਦ ਤੁਸੀਂ ELD ਦੇ ਡਿਸਕਾਊਂਟ ਲੈ ਸਕਦੇ ਆ। ਉਸ ਤੋਂ ਬਾਅਦ ਜੀ ਰੋਡ ਸਾਈਡ ਸਰਵਿਸ ਤੇ ਡਿਸਕਾਊਂਟ ਆ। ਉਸ ਤੋਂ ਬਾਅਦ ਹੋਰ ਕੀ ਹੈ ਜੀ? ਅੱਛਾ, ਫਿਰ ਮੈਂ ਉਸ ਤੋਂ ਬਾਅਦ ਉਹਨਾਂ ਨੂੰ ਪੁੱਛ ਲੈਂਦਾ ਵੀ ਭਾਜੀ ਮਤਲਬ $10 'ਚ ਹੋਰ ਕੀ ਲੈਣਾ ਜੇ ਦੱਸੋ ਤੁਸੀਂ। ਮਤਲਬ
ਮੈਂ ਤੁਹਾਡਾ ਟਰੱਕ ਚਲਾ ਦੇਣਾ ਆਣ ਕੇ, ਫਿਰ ਇਹੋ ਹੀ ਗੱਲ ਰਹਿ ਗਈ ਹੁਣ 10 ਦਿਨਾਂ ਦੇ ਵਿੱਚ। ਚਲੋ ਕੋਈ ਨਹੀਂ ਜੀ, ਹੌਸਲੇ ਨਾ ਹਾਰੋ ਤੁਸੀਂ। ਨਹੀਂ ਵੀ ਜੇ ਕੁਝ ਬਚਦਾ ਤਾਂ ਵੀ ਐਟਲੀਸਟ ਕਰ ਲੈਣ। ਨਹੀਂ ਸਰੀ ਭਾਈ ਬਚਦਾ, ਮਤਲਬ ਇਹ ਨਹੀਂ ਜ਼ਰੂਰ ਨਹੀਂ ਬਚਦਾ ਆ, ਪਰ ਬਚਦੇ ਦੇ ਉੱਤੇ ਵੀ ਮੁੜ ਕੇ ਮਤਲਬ ਕਿ ਇੱਥੋਂ ਤੱਕ ਵੀ ਹੋਊਗੀ ਵੀ ਮੈਨੂੰ ਇਹਦੇ ਵਿੱਚ ਕੋਈ ਮੇਰੇ ਜਿਵੇਂ ਟਰੱਕ ਦੀ ਰਿਪੇਅਰ ਕਰਾਉਣਾ ਆ ਤਾਂ ਉਹ ਪਲਾਨ ਕੋਈ ਵਿੱਚ ਇਹਦੇ ਵਿੱਚ ਇਨਕਲੂਡ ਆ, ਮਤਲਬ ਟਰੱਕ ਦੀ ਮਤਲਬ ਜੀ ਜੀ ਰਮਨ ਜੀ ਚਲੋ ਆਪਾਂ ਸ਼ਾਂਤੀ ਨਾਲ ਬੈਠੇ, ਆਪਾਂ ਕੋਈ ਏਦਾਂ ਦੀ ਗੱਲ ਨਹੀਂ। ਕੋਈ ਨਹੀਂ ਦੇਖੋ ਹੌਸਲਾ ਨਹੀਂ ਹਾਰੋ, ਇਦਾਂ ਹੀ ਹੁੰਦਾ ਦੇਖੋ, ਚੇਂਜ ਹੋਣ ਨੂੰ ਨਾ ਸਮਾਂ ਲੱਗਦਾ ਆ। ਸੋ ਨਾ ਹੀ ਤੁਸੀਂ ਹੌਸਲਾ ਹਾਰੋ ਸਨੀ ਜੀ, ਤੇ ਨਾ ਹੀ ਰਮਨ ਜੀ ਤੁਸੀਂ ਹੌਸਲਾ ਹਾਰੋ। ਹਾਂ ਬਿਲਕੁਲ ਬਿਲਕੁਲ, ਦੇਖੋ ਪੰਜਾਬੀ ਰੇਡੀਓ USA ਨੂੰ ਚੱਲਦਿਆਂ ਨੂੰ 10 ਸਾਲ ਹੋ ਗਏ ਆ। ਸੋ ਬੜਾ ਕੁਛ ਅਸੀਂ ਵੀ ਉਤਾਰ ਚੜਾਵ ਜਿਹੜੇ ਆ ਉਹ ਦੇਖਦੇ ਰਹਿੰਦੇ ਆ। ਸੋ ਇਹ ਨਹੀਂ ਆ ਵੀ ਆਪਾਂ ਕੋਈ ਗੱਲ ਨਹੀਂ, ਇਹ ਆਪਣੀ ਕਮਿਊਨਿਟੀ ਨੂੰ ਚੇਂਜ ਹੁੰਦਿਆਂ ਨੂੰ, ਕਿਸੇ ਵੀ ਕਮਿਊਨਿਟੀ ਨੂੰ ਚੇਂਜ ਹੁੰਦਿਆਂ ਨੂੰ ਜਿਹੜਾ ਉਹ ਸਮਾਂ ਲੱਗਦਾ ਆ। ਇਸ ਪਾਸੇ ਵੱਲ ਨੂੰ ਸੁਧਾਰ ਨੂੰ ਲਿਆਉਣ ਦੇ ਲਈ ਕਿਸੇ ਵੀ ਪਾਸੇ ਪਹਿਲੋਂ ਆਨਾਕਾਨੀ ਕਰਦੇ, ਫਿਰ ਹੌਲੀ ਹੌਲੀ ਉਸ ਪਾਸੇ ਵੱਲ ਨੂੰ ਜਿਹੜਾ ਆਪਾਂ ਨੂੰ ਉਹਦੇ ਨਾਲ ਜਿਹੜਾ ਉਹ ਜੁੜਦੇ ਆ। ਸੋ ਇਟਸ ਓਕੇ, ਕੋਈ ਗੱਲ ਨਹੀਂ, ਹੌਸਲਾ ਨਾ ਹਾਰੋ ਸਾਰੇ ਜਾਣੇ। ਤੇ ਬਾਕੀ ਜਿਹੜਾ ਜੀ ਸਪੋਰਟ ਕਰਿਆ ਕਰੋ ਇੱਕ ਦੂਜੇ ਦੀ ਵੱਧ ਤੋਂ ਵੱਧ। ਦੇਖੋ ਇਨਫੋਰਮੇਸ਼ਨ ਤੁਹਾਨੂੰ ਪੰਜਾਬੀ ਰੇਡੀਓ USA ਤੋਂ ਕਿੰਨੀ ਜ਼ਿਆਦਾ ਆਪਾਂ ਆਲ ਦਾ ਟਾਈਮ ਤੁਸੀਂ ਦਿੰਦੇ ਰਹਿੰਦੇ ਆ, ਅਸੀਂ ਤੁਹਾਨੂੰ ਦਿੰਦੇ ਰਹਿੰਦੇ ਆ, ਤੇ ਤੁਸੀਂ ਜਿਹੜਾ ਜੀ ਸਪੋਰਟ ਕਰਦੇ ਰਹਿੰਦੇ ਉਸ ਚੀਜ਼ ਦੇ ਲਈ ਧੰਨਵਾਦ। ਤੇ ਬਾਕੀ ਜਿਹੜਾ ਵੀ ਕੋਈ ਤੁਹਾਡੀ ਜਿਹੜੀਆਂ ਆਰਗੇਨਾਈਜੇਸ਼ਨਾਂ ਬਣੀਆਂ ਆ ਜੋ ਇੱਕ ਦੂਜੇ ਦੀਆਂ ਮਦਦ ਕਰ ਰਹੀਆਂ ਆ, ਤੇ ਉਹਨਾਂ ਨੂੰ ਇੱਕ ਦੂਜੇ ਨੂੰ ਹਰ ਇੱਕ ਨੂੰ ਜਿਹੜਾ ਉਹ ਸਪੋਰਟ ਜਿਹੜੀ ਉਹ ਚਾਹੀਦੀ ਹੁੰਦੀ। ਜਿੱਦਾਂ ਕਹਿੰਦੇ ਆ ਤਨ ਮਨ ਧਨ, ਕੋਈ ਜਿਸ ਵੀ ਤਰੀਕੇ ਦੇ ਨਾਲ ਕੋਈ ਜਿਹੜੀ ਜਿੱਦਾਂ ਵੀ ਸਪੋਰਟ ਕਰ ਸਕਦਾ ਆ ਉਹ ਜ਼ਰੂਰ ਇੱਕ ਦੂਜੇ ਦੀ ਜਿਹੜੀ ਉਹ ਸਪੋਰਟ ਕਰੋ, ਕਿਉਂਕਿ ਜਿੱਦਾਂ ਸਨੀ ਹੁਣੀ ਕਹਿ ਕੇ ਗਏ ਆ, ਫਾਇਦਾ ਇਨ ਦੀ ਐਂਡ ਸਾਰਿਆਂ ਦਾ ਹੀ ਹੋਣਾ ਹੈ, ਕਿਸੇ ਇੱਕ ਜਾਣੇ ਦਾ ਇਸ ਦੇ ਵਿੱਚ ਫਾਇਦਾ ਨਹੀਂ ਹੋਣਾ, ਉਹ ਪੂਰੀ ਕਮਿਊਨਿਟੀ ਦਾ, ਪੂਰੇ ਕੰਮ ਕਰਨ ਵਾਲਿਆਂ ਦਾ। ਇੱਕ ਕਮੈਂਟ ਮੈਂ ਦੇਖ ਰਿਹਾ ਸੀਗਾ ਰਮਨ ਜੀ, ਜਿਹੜੇ ਕਹਿ ਰਹੇ ਸੀ ਵੀ ਜਿਹੜੇ ਉਹ ਬ੍ਰਿਜ ਵਾਲਾ ਲਾ ਆ 48 ਫੁੱਟ ਟ੍ਰੇਲਰ ਤੇ ਕਹਿੰਦੇ ਲਾਗੂ ਨਹੀਂ ਹੁੰਦਾ, ਤੁਸੀਂ 46 ਫੁੱਟ ਤੇ ਵੀ ਚਲਾ ਸਕਦੇ ਆ, ਕੁਛ ਇੱਦਾਂ ਦਾ ਲਿਖਿਆ। ਮੈਨੂੰ ਤਾਂ ਇਸ ਦੇ ਬਾਰੇ ਕੋਈ ਨੌਲੇਜ ਨਹੀਂ, ਜੇ ਤੁਸੀਂ ਇਸ ਦੇ ਬਾਰੇ ਦੱਸ ਸਕਦੇ ਆ 40 ਫੁੱਟ ਬ੍ਰਿਜ ਵਾਲਾ ਲਾ ਜਿਹੜਾ ਸੀਗਾ। ਦੇਖੋ ਜੀ, ਮੈਂ ਤਾਂ ਇੱਕ ਗੱਲ ਕਹਿਣਾ ਕਿ ਕੈਲੀਫੋਰਨੀਆ ਦੇ ਵਿੱਚ 40 ਫੀਟ ਦੇ ਉੱਤੇ ਤੁਸੀਂ ਆਪਣੇ ਐਕਸਲ ਚਲਾਉਣੇ ਹੈਗੇ ਆ। ਉਹਦੇ ਕਈ ਰੀਜ਼ਨ ਹੈਗੇ ਆ, ਕਰਵ ਜਿਹੜੇ ਆ ਮੁੜਦੇ ਆ, ਉਹਦਾ ਰੀਜ਼ਨ ਹੁੰਦਾ ਆ। ਡੈਫੀਨੇਟਲੀ ਬ੍ਰਿਜਾਂ ਦਾ ਰੀਜ਼ਨ ਹੋ ਸਕਦਾ ਆ। ਦੇਰ ਇਜ਼ ਅ ਲੋਟ ਆਫ ਥਿੰਗਸ ਕਿ ਉਹਦੇ ਇੱਕ ਚੀਜ਼ ਦੇ ਪਿੱਛੇ ਜਿਹੜੇ ਰੀਜ਼ਨ ਹੈਗੇ ਆ ਕਿ ਬਿਕਾਜ਼ ਵਾਈ ਇਟਸ 40 ਫੀਟ। ਸੋ ਕਾਫੀ ਰੀਜ਼ਨ ਹੈਗੇ ਆ, ਉਹਦੇ 'ਚ ਆਪਾਂ ਇਕੱਲੇ ਇੱਕ ਰੀਜ਼ਨ ਤੇ ਨਹੀਂ ਗੱਲ ਕਰ ਸਕਦੇ, ਬਟ ਡੈਫੀਨੇਟਲੀ ਮਤਲਬ ਕਿ ਬਾਕੀ ਜਿਹੜੇ 48 ਫੁੱਟ ਟ੍ਰੇਲਰ ਹੈਗੇ ਆ ਉਹਨਾਂ ਦਾ ਡਿਫਰੈਂਟ ਹੈਗਾ ਆ, ਕਿਉਂਕਿ ਉਹ 48 ਫੁੱਟ ਦੇ ਉੱਤੇ ਦੇ ਉਹਨਾਂ ਦਾ ਲੋਡ ਜਿਹੜੀ ਡਿਸਟ੍ਰੀਬਿਊਸ਼ਨ ਹੈ ਉਹ ਡਿਫਰੈਂਟ ਹੈਗੀ ਆ। ਸੋ ਅੱਜ ਕੱਲ੍ਹ 48 ਫੁੱਟ ਟ੍ਰੇਲਰ ਜਿਹੜਾ ਬਹੁਤ ਘੱਟ ਹੈਗਾ ਆ, ਬਹੁਤ ਹੀ ਘੱਟ ਰਹਿ ਗਿਆ। ਸੋ 53 ਫੁੱਟ ਹੀ ਚੱਲਦਾ ਆ। ਸੋ ਇਸ ਕਰਕੇ ਡਿਫਰੈਂਟ ਰੀਜ਼ਨਸ ਹੈਗੇ ਆ, ਇੱਕ ਰੀਜ਼ਨ ਕਰਕੇ ਨਹੀਂ ਉਹ 40 ਫੀਟ ਤੇ ਕਾਫੀ ਰੀਜ਼ਨ ਹੈਗੇ ਆ ਵਾਈ ਇਟ ਇਜ਼ ਔਨ 40 ਫੀਟ। ਜੀ ਜੀ ਬਿਲਕੁਲ। ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਆ। ਅਤੇ ਬਾਕੀ ਜਿਹੜੇ ਦੇਖੋ ਤੁਹਾਨੂੰ ਹੁਣ ਲੋਨ ਫੋਰਗਿਵਨੈਸ ਬਾਰੇ ਵੀ ਦੱਸਦੇ ਹਾਂ। ਤੁਸੀਂ ਜੇ ਸੈਲਫ ਇੰਪਲੋਇਡ ਆ ਤਾਂ ਉਹਦੇ ਬਾਰੇ ਕਿੱਦਾਂ ਅਨਇੰਪਲੋਇਮੈਂਟ ਤੁਸੀਂ ਫਾਈਲ ਕਰਨੀ ਸੀ, ਉਹ ਵੀ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਉਹ ਤੁਹਾਨੂੰ ਦੱਸਦੇ ਰਹੇ ਹਾਂ। ਸੋ ਸਾਰਾ ਕੁਛ ਤੁਹਾਨੂੰ ਆਪਾਂ ਦੱਸਦੇ ਰਹੇ ਹਾਂ, ਅਤੇ ਕਿੱਦਾਂ ਲੋਨ ਭਰਨਾ ਆ, ਕਿੱਦਾਂ ਉਹ ਸਾਰਾ ਕੁਛ ਕਰਨਾ ਉਹ ਵੀ ਦੱਸਦੇ ਰਹੇ ਹਾਂ। ਸੋ ਜ਼ਰੂਰ ਇੱਕ ਦੂਜੇ ਦੀ ਮਦਦ ਕਰਿਆ ਕਰੋ, ਸਪੋਰਟ ਜਿਹੜੀ ਕਰਿਆ ਕਰੋ। ਅਤੇ ਬਾਕੀ ਨਾਲ ਹੀ ਆਪਣੇ ਟਰੱਕਰਸ ਨੂੰ ਆਪਾਂ ਬੇਨਤੀ ਕਰਦੇ ਹਾਂ ਵੀ ਜੇ ਤੁਹਾਡਾ ਪ੍ਰੋਗਰਾਮ ਮਿਸ ਹੋ ਜਾਂਦਾ ਹੈ, YouTube Facebook ਦੇ ਉੱਤੇ ਜਾ ਕੇ, ਪੰਜਾਬੀ ਰੇਡੀਓ USA ਦੇ ਚੈਨਲ ਦੇ ਉੱਤੇ ਜਾ ਕੇ, ਉਹਦੇ ਪੇਜ ਦੇ ਉੱਤੇ ਜਾ ਕੇ ਇਸ ਨੂੰ ਦੁਬਾਰਾ ਤੁਸੀਂ ਦੇਖ ਸੁਣ ਸਕਦੇ ਆ। ਬਾਕੀ ਪੰਜਾਬੀ ਰੇਡੀਓ USA ਦੀ ਐਪ ਡਾਊਨਲੋਡ ਕਰੋ, ਉਸ ਦੇ ਵਿੱਚ ਸੁਣਨ ਦੇ ਲਈ ਜਿਹੜਾ ਫ਼ੋਨ ਨੰਬਰ ਆ ਉਹ ਮੌਜੂਦ ਰਹਿੰਦਾ ਹੈ। ਉਹ ਤੁਹਾਨੂੰ ਸਿੱਧਾ ਪੰਜਾਬੀ ਰੇਡੀਓ USA ਦੀ ਐਪ ਤੋਂ ਉਹ ਤੁਸੀਂ ਦੇਖ ਕੇ ਉੱਤੇ ਸੁਣ ਸਕਦੇ ਆ। ਉਹਦੇ ਵਿੱਚ ਪੋਡਕਾਸਟ ਦੀ ਸੁਵਿਧਾ ਵੀ ਹੈਗੀ ਆ। ਜੇ ਪੁਰਾਣੇ ਪ੍ਰੋਗਰਾਮ ਇਕੱਲਾ ਇੱਕ ਹਫ਼ਤਾ ਪੁਰਾਣਾ ਹੀ ਨਹੀਂ, ਉਸ ਤੋਂ ਵੀ ਪੁਰਾਣੇ ਕਈ ਜਿਹੜੇ ਪ੍ਰੋਗਰਾਮ ਆ, ਕਈ ਹਫ਼ਤੇ ਪੁਰਾਣੇ ਜਿਹੜੇ ਆ, ਉਹਨਾਂ ਨੂੰ ਤੁਸੀਂ ਜਿਹੜਾ ਉੱਥੇ ਦੇਖ ਸਕਦੇ। ਹੁਣ ਕਾਲਸ ਨਹੀਂ ਲੈ ਸਕਾਂਗੇ, ਹੁਣ ਕਾਲਸ ਬਹੁਤ ਸਾਰੀਆਂ ਆ ਰਹੀਆਂ ਨੇ, ਪਰ ਮਾਫੀ ਚਾਹੁੰਦੇ ਹਾਂ, ਸਮਾਂ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਆ। ਸੋ ਜ਼ਰੂਰ ਜਿਹੜਾ ਤੁਸੀਂ ਸਮੇਂ ਸਿਰ ਜਿਹੜਾ ਪਹਿਲੋਂ ਆ ਉਹ ਕਾਲ ਜਿਹੜਾ ਨਾਲ ਦੇ ਨਾਲ ਕਰ ਲਿਆ ਕਰੋ। ਅਤੇ ਜਾਂਦੇ ਜਾਂਦੇ ਇੱਕ ਡਰਾਈਵਰਲੈਸ ਪੌਡ ਡਿਲੀਵਰੀ ਟਰੱਕਸ ਦੇ ਬਾਰੇ ਸਟਾਰਟਅਪ ਇੱਕ ਸਾਹਮਣੇ ਆਈ ਹੈ, ਰਮਨ ਜੀ ਉਹ ਕੀ ਕਹਿੰਦੀ ਆ? ਯਾਰ ਜੀ ਬਿਲਕੁਲ ਸਵੀਡਿਸ਼ ਦੀ ਟਰੱਕਿੰਗ ਹੈਗੀ ਆ, ਸਟਾਰਟਅਪ ਹੈਗੀ ਆ ਐਨਰਾਈਡ। ਇਹਦੇ ਉੱਤੇ ਜਿਹੜਾ ਆ ਇਹਨਾਂ ਨੇ ਇੱਕ ਪੌਡ ਸਟਾਈਲ ਟਰੱਕ ਜਿਹੜਾ ਹੈਗਾ ਉਹ ਬਣਾਇਆ ਹੈਗਾ। ਸੋ ਇਹਨੂੰ ਜਲਦੀ ਹੀ 2021 ਦੇ ਵਿੱਚ ਐਕਸਪੈਕਟ
ਕਰ ਰਹੇ ਆ ਕਿ ਆਪਣੇ ਅਮਰੀਕਾ ਦੇ ਵਿੱਚ ਇੱਥੇ ਇਹਨੂੰ ਲਾਂਚ ਕੀਤਾ ਜਾਊਗਾ। ਇਹ ਸਵੀਡਨ ਦੇ ਵਿੱਚ ਚੱਲ ਰਿਹਾ ਹੈਗਾ ਕੰਮ। ਸੋ ਉੱਥੇ ਦੀ ਜਿਹੜੀ ਆ ਇਹਨੂੰ ਦਿਖਾਇਆ ਜਾ ਰਿਹਾ। ਸੋ ਆਉਣ ਵਾਲੀ ਜਿਹੜੀ ਆਪਣੀ ਪੰਜਾਬੀ ਟਰਕਿੰਗ ਮੈਗਜ਼ੀਨ ਹੈਗੀ ਉਹਦੇ ਵਿੱਚ ਇਹਦੇ ਬਾਰੇ 'ਚ ਪੂਰਾ ਫੁੱਲ ਆਰਟੀਕਲ ਜਿਹੜਾ ਆਊਗਾ। ਸੋ ਜ਼ਰੂਰ ਪੜ੍ਹਿਓ। ਤੇ ਬਾਕੀ ਰਾਤ ਜਿਹੜਾ ਇਸ ਵੇਲੇ ਪ੍ਰੋਬਲਮਸ ਹੈਗੀਆਂ ਜਿਹੜੀਆਂ ਇਸ ਵੇਲੇ ਸਾਰਾ ਕੁਝ ਚੱਲ ਰਿਹਾ ਹੈਗਾ ਡਰਾਈਵਰ ਸ਼ੋਰਟੇਜ ਕਰਕੇ, ਜਿਹੜੇ ਡਰਾਈਵਰਲੈਸ ਟਰੱਕ ਹੈਗੇ ਆ ਉਹ ਬਹੁਤ ਜ਼ਿਆਦਾ ਇਸ ਵੇਲੇ ਬਹੁਤ ਕੰਪਨੀਆਂ ਜਿਹੜੀਆਂ ਉਹਦੇ ਵਿੱਚ ਛਾਲ ਮਾਰ ਕੇ ਆ ਰਹੀਆਂ ਹੈਗੀਆਂ। ਤੇ ਅਗੇਨ ਸੰਦੀਪ ਬਾਜਵਾ ਹੋਣਾ ਦਾ ਜਿਹੜਾ ਕਾਮੈਂਟ ਹੈਗਾ ਆ ਆਪਣੇ ਫੇਸਬੁੱਕ ਦੇ ਉੱਤੇ ਕਿ FMCSA ਦੇ ਜਿਹੜੇ ਬ੍ਰੋਕਰ ਟਰਾਂਸਪੇਰੈਂਸੀ ਵਾਲੇ ਹੈਗੇ ਆ ਕਾਮੈਂਟਸ ਹੈਗੇ ਆ ਉਹ ਡੈਫੀਨੇਟਲੀ ਤੁਸੀਂ ਕਰੋ। ਅਜੇ ਤੁਹਾਡੇ ਕੋਲ ਟਾਈਮ ਹੈਗਾ ਆ, ਥੋੜਾ ਟਾਈਮ ਬਚਿਆ ਹੈਗਾ। ਸੋ ਪਲੀਜ਼ ਬ੍ਰੋਕਰ ਜਿਹੜੀ ਟਰਾਂਸਪੇਰੈਂਸੀ ਹੈਗੀ ਉੱਤੇ। ਔਰ ਮੈਨੂੰ ਰਾਜਕਿਰਨ ਇਹ ਕਾਫੀ ਮੈਸੇਜ ਵੀ ਆਏ ਆ ਔਰ ਕਿਤੇ ਗੱਲ ਕੀਤੀ ਗਈ ਆ ਕਿ ਜਿਹੜੇ ਕਾਮੈਂਟਸ ਹੈਗੇ ਆ ਕਿ ਬ੍ਰੋਕਰਸ ਜਿਹੜੇ ਆ ਉਹ ਤੁਸੀਂ ਦੇਖੋ ਇਹਦੇ ਵਿੱਚ ਜਿਹੜਾ ਕਾਮੈਂਟ ਪੀਰੀਅਡ ਹੈ ਨਾ, ਅਸੀਂ ਨਿਊਟਰਲ ਬੰਦੇ ਹੈਗੇ ਆ। ਸੋ ਸਾਡੇ ਲਈ ਕਾਮੈਂਟ ਤੁਸੀਂ ਚਾਹੇ ਉਹਦੇ ਹੱਕ 'ਚ ਕਰਦੇ ਆ ਚਾਹੇ ਖਿਲਾਫ ਕਰਦੇ ਆ, ਕਾਮੈਂਟ ਦੋਨੋਂ ਸਾਈਡ ਤੋਂ ਹੀ ਹੁੰਦੇ ਆ। ਸੋ ਕਾਮੈਂਟ ਜਿਹੜੇ ਆ ਉਹ ਇਕੱਲੇ ਸਿਰਫ ਇਹਦੀ ਨਹੀਂ ਵੀ ਤੁਸੀਂ ਸਿਰਫ ਡਰਾਈਵਰ ਹੀ ਉੱਥੇ ਕਾਮੈਂਟ ਕਰ ਸਕਦਾ, ਉੱਥੇ ਬ੍ਰੋਕਰ ਵੀ ਜਾ ਕੇ ਕਾਮੈਂਟ ਕਰਦੇ ਹੈਗੇ ਆ ਔਰ ਪ੍ਰੋਪਰ ਢੰਗ ਤਰੀਕੇ ਨਾਲ ਜਿਹੜੇ ਕਾਮੈਂਟਸ ਹੈਗੇ ਆ ਉਹ ਪੋਸਟ ਕੀਤੇ ਜਾਂਦੇ ਹੈਗੇ ਆ। ਸੋ ਡੈਫੀਨੇਟਲੀ ਇਹ ਜਿਹੜੀ ਚੀਜ਼ ਹੈਗੀ ਆ ਇਹਦੇ ਉੱਤੇ ਕਾਮੈਂਟ ਕਰਨਾ ਹੱਕ ਬਣਦਾ ਔਰ ਹੱਕ ਦੋਨੋਂ ਤਰ੍ਹਾਂ ਨੂੰ ਆ, ਜਿਹੜਾ ਇਹਦੇ ਹੱਕ 'ਚ ਆ ਔਰ ਜਿਹੜਾ ਇਹ ਖਿਲਾਫ ਆ। ਸੋ ਦੋਨੋਂ ਤਰ੍ਹਾਂ ਨੂੰ ਹੱਕ ਹੈਗਾ। ਸੋ ਜੇ ਤੁਸੀਂ ਬ੍ਰੋਕਰ ਹੈਗੇ ਆ ਔਰ ਤੁਹਾਨੂੰ ਲੱਗਦਾ ਕਿ ਇਹ ਠੀਕ ਨਹੀਂ ਹੈਗਾ ਤਾਂ ਤੁਸੀਂ ਵੀ ਆਪਣੇ ਕਾਮੈਂਟ ਪੇਸ਼ ਕਰ ਸਕਦੇ ਹੋ। ਤੇ ਜੇ ਤੁਸੀਂ ਓਨਰ ਆਪਰੇਟਰ ਹੈਗੇ ਆ, ਕੈਰੀਅਰ ਹੈਗੇ ਆ ਤੇ ਤੁਹਾਨੂੰ ਲੱਗਦਾ ਕਿ ਬ੍ਰੋਕਰ ਟਰਾਂਸਪੇਰੈਂਸੀ ਚਾਹੀਦੀ ਆ ਤੇ ਤੁਸੀਂ ਵੀ ਕਾਮੈਂਟ ਕਰ ਸਕਦੇ ਆ। ਸੋ ਜ਼ੋਰ ਲਾ ਕੇ ਕਾਮੈਂਟ ਕਰੋ। ਦੋਨੋਂ ਪੱਖਾਂ ਨੂੰ ਇਹ ਕਿਹਾ ਜਾਂਦਾ ਕਿ ਦੋਨੋਂ ਪੱਖ ਜ਼ੋਰ ਲਾ ਕੇ ਆਪਣਾ ਕੰਮ ਕਰੋ। ਤੇ ਬਾਕੀ ਜਿਹੜਾ ਵੋਟਾਂ ਦਾ ਸਮਾਂ ਆ, ਜੇ ਤੁਹਾਨੂੰ ਵੋਟ ਤੁਹਾਡੇ ਬੈਲਟ ਜਿਹੜੇ ਆ ਉਹ ਮਿਲ ਚੁੱਕੇ ਆ ਆਲਮੋਸਟ ਸਾਰੇ ਘਰਾਂ ਦੇ ਵਿੱਚ, ਸੋ ਆਪਣੇ ਜਿਹੜੇ ਬੈਲਟ ਹੈਗੇ ਆ ਉਹਨਾਂ ਤੇ ਆਪਣੇ ਤਰੀਕੇ ਦੇ ਨਾਲ ਜਿਹਨੂੰ ਵੀ ਤੁਸੀਂ ਵੋਟ ਕਰਨੀ ਆ ਵੋਟ ਕਰਕੇ ਉਹਨੂੰ ਅਰਲੀ ਮੇਲ ਕਰ ਦਿਓ ਤਾਂ ਕਿ ਸਮੇਂ ਸਿਰ ਜਿਹੜੇ ਆ ਉਹ ਪਹੁੰਚ ਸਕਣ ਤੇ ਸਮੇਂ ਸਿਰ ਉਹ ਸਾਰਾ ਕੁਝ ਕਾਊਂਟ ਹੋ ਸਕੇ। ਸੋ ਡੈਫੀਨੇਟਲੀ ਰਾਜਕਿਰਨ ਵੀ ਜਿਹੜਾ ਵੀ ਵੋਟ ਕਰ ਸਕਦਾ ਉਹ ਵੋਟ ਲਈ ਰਜਿਸਟਰ ਹੋਵੇ, ਕਿਉਂਕਿ ਨੰਬਰ ਕਾਊਂਟਸ। ਜੇ ਤੁਸੀਂ ਨੰਬਰ 'ਚ ਹੈਗੇ ਆ ਤਾਂ ਕਾਊਂਟ ਹੈਗੇ ਆ, ਜੇ ਤੁਸੀਂ ਨੰਬਰਾਂ 'ਚ ਨਹੀਂ ਹੈਗੇ ਤੇ ਫਿਰ ਅਸੀਂ ਹੋਏ ਨਾ ਹੋਏ ਦਾ ਇੱਕੋ ਹੀ ਕੰਮ ਹੈ। ਜੀ ਬਿਲਕੁਲ। ਤੇ ਬਹੁਤ ਬਹੁਤ ਰਮਨ ਜੀ ਧੰਨਵਾਦ, ਥੈਂਕ ਯੂ, ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਤੇ ਨਾਲ ਹੀ ਜਿਹੜੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਅੱਜ ਸ਼ਾਮ ਨੂੰ ਪਾਕਿਸਤਾਨ ਤੋਂ ਚੱਲਦੀ ਸਰਵਿਸ ਦੇ 10 ਵਰ੍ਹੇ ਜਿਹੜੇ ਉਹ ਪੂਰੇ ਹੋਏ ਨੇ। ਸੋ ਉਸ ਦੇ ਮੁਤਲਕ ਮਸੂਦ ਮੱਲੀ ਤੇ ਉਹਨਾਂ ਦੀ ਜਿਹੜੀ ਟੀਮ ਆ, ਪ੍ਰਵੀਨ ਮਸੂਦ ਜੀ ਉਹਨਾਂ ਦੀ ਵਾਈਫ ਆ ਜਿਹੜੀ, ਉਹ ਆਉਣਗੇ ਪੰਜਾਬੀ ਰੇਡੀਓ USA ਦੇ ਉੱਤੇ ਸ਼ਾਮ ਦੇ ਜਿਹੜੇ ਰਾਤ ਨੂੰ ਪ੍ਰੋਗਰਾਮ ਪਾਣੀ ਵਿੱਚ ਮਧਾਣੀ ਉਸ ਦੇ ਵਿੱਚ, ਤੇ ਲਾਈਵ ਗੱਲਾਂ ਬਾਤਾਂ ਤੁਹਾਡੇ ਨਾਲ ਜਿਹੜੀਆਂ ਉਹ ਕਰਨਗੇ। ਤੁਸੀਂ ਵੀ ਜਿਹੜੇ ਆਪਣੇ ਵਿਚਾਰ ਆ ਉਸ ਪ੍ਰੋਗਰਾਮ ਦੇ ਵਿੱਚ ਸਾਂਝੇ ਜਿਹੜੇ ਉਹ ਤੁਸੀਂ ਕਰਿਓ ਜੀ। ਸੋ ਸ਼ਾਮ ਨੂੰ ਜਿਹੜਾ ਉਹ ਪ੍ਰੋਗਰਾਮ ਉਹਨਾਂ ਦਾ ਰਾਤ ਨੂੰ ਜਿਹੜਾ ਪਾਣੀ ਵਿੱਚ ਮਧਾਣੀ ਦੇ ਦੌਰਾਨ ਉਹ ਲਾਈਵ ਤੁਹਾਡੇ ਨਾਲ ਜਿਹੜੇ ਉਹ ਜੁੜਨਗੇ। ਸੋ ਹੁਣ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।